न्यावर साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमयी कदमां च विराजमान गुरु प्यारी साध संगत श्री गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया है। और इस नवे दिन की जो नवे जन्म समान है ये शाम बाला प्रीतम गुरु नानक देव जी के 8वें जामे धन धन गुरु हरकृष्ण पातशाह जी के पावन कदमां की खाक दे नाम करना नसीब होया। इस ब्रह्मंड के सब तो महान अस्थान जिथे ज्ञान विज्ञान ते ब्रह्म ज्ञान का सोमा चल रहा है श्री पंजोखरा साहिब जी के महान ज़ियारत का सुभाग नसीब होया। दास तो पहले गुरु दरों निवाजे हुए कीर्तनियां ते विचारवाना ने बड़े प्रेम रस विच साहिब जी की अमृत बाणी का गायन ते गुरु विचार राही आप जी की खिदमत की है। और हुणे हुणे भाई साहब भाई मनप्रीत सिंह जी ने बड़े भावपूरत विचार आप नाल सांझे कीते ने। आप सारे साहिब जी के कदमां की बरकत नूं महसूस करने वाले बैठे हो। इस वक्त सतगुरु गुरु अर्जन देव साहिब जी दियां 2 अमृत लबरेज पंक्तियां जिन्हां चा फरमान करते ने मेरे माधो जी सत संगत मिले सो तरिया गुर प्रसाद परम पद पाया सुखे कास्ट हरिया। श्री गुरु अर्जन देव जी दियां इन्हां अमृतमयी पंक्तियां नूं आधार बना के विचार आप नाल सांझे कर सकिए। पेशतर जितने माता भ्राता हाजरीन हाजरी भर रहे हो दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस श्री गुरु हरकृष्ण पातशाह जी दे मुबारक कदमां ते टिकिया है ते साहिब जियां ने मेहर भरिया हथ साडे सिर ते रखिया होया। बाला प्रीतम जी दे शब्द रूपी कदमां नूं गलवकड़ी करदियां चरण चुमदियां होया गुरु की मुबारक फतेह द्वारा सांझ बनाइए। वाहिगुरु जी का खालसा वाहिगुरु जी की फतेह। सतगुरु गुरु अर्जन देव जी ने इन्हां 2 पंक्तियां विच 4 महान विचार रखे ने। मेरे माधो जी सत संगत मिले सो तरिया गुर प्रसाद परम पद पाया सुखे कास्ट हरिया। बड़े ध्यान नाल एकाग्रता नाल एक एक बोल नूं सरवण करना
ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆਵੇ ਔਰ ਸਾਡਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਣਾ ਸਫਲ ਹੋ ਜਾਏ। ਇਸ ਲਈ ਬੜੇ ਧਿਆਨ ਨਾਲ ਸਰਵਣ ਕਰਨਾ। ਜੈਸੇ ਜੈਸੇ ਆਪ ਜੀ ਦੀ ਇਕਾਗਰਤਾ ਵੱਧਦੀ ਜਾਏਗੀ, ਧਿਆਨ ਠਹਿਰਦਾ ਜਾਏਗਾ, ਵੈਸੇ ਵੈਸੇ ਰਸ ਬਣਦਾ ਜਾਏਗਾ, ਆਨੰਦ ਬਣਦਾ ਜਾਏਗਾ। ਸੰਸਾਰ ਦਾ ਦ੍ਰਿਸ਼ ਨੇਤਰਾਂ ਤੋਂ ਉਜਲ ਹੋ ਜਾਏਗਾ ਤੇ ਨਿਰੰਕਾਰ ਦਾ ਦ੍ਰਿਸ਼ ਪ੍ਰਗਟ ਹੋਵੇਗਾ। ਰਸ ਬਣਨਾ ਧਿਆਨ ਤੇ ਡਿਪੈਂਡ ਕਰਦਾ ਹੈ। ਜੈਸਾ ਕਿਸੇ ਦਾ ਧਿਆਨ ਬਣ ਜਾਂਦਾ ਹੈ, ਵੈਸਾ ਰਸ ਬਣ ਜਾਂਦਾ ਹੈ। ਜੈਸੇ ਉਦਾਹਰਣ ਦੇ ਤੌਰ ਤੇ ਮੈਂ ਗੁਜ਼ਾਰਿਸ਼ ਕਰਾਂ, ਗੁਲਾਬ ਦਾ ਫੁੱਲ ਹੈ ਨਾ, ਮੇਰੇ ਦੇਖਣ ਵਿੱਚ ਵੀ ਆਇਆ, ਆਪ ਸਾਰਿਆਂ ਨੇ ਵੀ ਦੇਖਿਆ ਹੋਵੇਗਾ। ਉਸ ਫੁੱਲ ਨੂੰ ਕੋਈ ਮਨੁੱਖ ਚਬਾਵੇ, ਮੈਂ ਚਬਾਵਾਂ, ਆਪ ਚਬਾਓ, ਕੋਈ ਹੋਰ ਚਬਾਵੇ, ਤੇ ਉਸ ਗੁਲਾਬ ਦੇ ਫੁੱਲ ਦਾ ਸਵਾਦ ਕੁਸੈਲਾ ਲੱਗਦਾ ਹੈ, ਕੌੜਾ ਲੱਗਦਾ ਹੈ, ਮਿੱਠਾ ਨਹੀਂ ਲੱਗਦਾ। ਪਰ ਪਤਾ ਨਹੀਂ ਪਰਿਪੂਰਨ ਪ੍ਰਮਾਤਮਾ ਨੇ ਪ੍ਰਕਿਰਤੀ ਦੇ ਛੋਟੇ ਜਿਹੇ ਜੀਵ ਮਧੂ ਮੱਖੀ ਵਿੱਚ ਕਿਹੜੀ ਸਾਧਨਾ ਰੱਖੀ ਹੈ, ਕਿਹੜੀ ਧਿਆਨ ਸ਼ਕਤੀ ਰੱਖੀ ਹੈ। ਜਿਹੜਾ ਫੁੱਲ ਸਾਨੂੰ ਕੁਸੈਲਾ ਲੱਗਦਾ ਹੈ, ਕੌੜਾ ਲੱਗਦਾ ਹੈ, ਉਸੇ ਫੁੱਲ ਤੇ ਬੈਠ ਕੇ ਉਸ ਦਾ ਮੁਖੜਾ ਵੀ ਸ਼ਹਿਦ ਨਾਲ ਭਰ ਜਾਂਦਾ ਹੈ ਔਰ ਉਹਦਾ ਘਰ ਵੀ ਸ਼ਹਿਦ ਨਾਲ ਭਰ ਜਾਂਦਾ ਹੈ। ਹੋਰ ਕੋਈ ਪ੍ਰਕਿਰਤੀ ਦਾ ਜੀਵ ਨਹੀਂ ਹੈ ਜਿਹੜਾ ਮਹਿਲਾਂ ਦੇ ਵਿੱਚ ਰਹੇ ਤੇ ਉਹ ਮਹਿਲ ਸ਼ਹਿਦ ਦੇ ਹੋਵਣ। ਸ਼ਹਿਦ ਦਿਆਂ ਮਧੂ ਮਹਿਲਾਂ ਵਿੱਚ ਰਹਿਣਾ ਨਸੀਬ ਹੋਇਆ ਹੈ ਤੇ ਮਧੂ ਮੱਖੀ ਨੂੰ ਨਸੀਬ ਹੋਇਆ, ਹੋਰ ਕਿਸੇ ਨੂੰ ਨਹੀਂ। ਇਸ ਲਈ ਮੈਂ ਇਹ ਗੁਜ਼ਾਰਿਸ਼ ਕਰ ਰਿਹਾ ਹਾਂ ਕਿ ਜੇ ਅਣਮਨੇ ਮਨ ਨਾਲ ਬੇਧਿਆਨੇ ਹੋ ਕੇ ਸਤਿਗੁਰੂ ਜੀ ਦੀ ਸੰਗਤ ਵਿੱਚ ਬੈਠੀਏ, ਬੇਧਿਆਨੇ ਹੋ ਕੇ ਮਹਾਰਾਜ ਦੇ ਬੋਲਾਂ ਨੂੰ ਸਰਵਣ ਕਰੀਏ, ਤੇ ਅਕਾਵਟ ਤੇ ਥਕਾਵਟ ਦੀ ਕੜਵਾਹਟ ਪੱਲੇ ਪੈਂਦੀ ਹੈ। ਮਨੁੱਖ ਸੋਚਦਾ ਹੈ ਕਿੱਥੇ ਫਸ ਗਿਆ। ਪਰ ਜੇ ਧਿਆਨ ਇਕਾਗਰ ਹੋ ਜਾਏ, ਮਨੁੱਖ ਜੁੜ ਕੇ ਇਹਨਾਂ ਬੋਲਾਂ ਨੂੰ ਸਰਵਣ ਕਰੇ, ਤੇ ਫਿਰ ਮੈਂ ਅਰਜ਼ ਕਰਾਂ ਹਿਰਦਾ ਰਸ ਨਾਲ ਭਰ ਜਾਂਦਾ ਹੈ ਔਰ ਘਰ ਬਰਕਤਾਂ ਨਾਲ ਭਰ ਜਾਂਦਾ ਹੈ, ਜਿਹੜਾ ਕੋਈ ਗੁਰੂ ਦੇ ਬੋਲਾਂ ਨੂੰ ਧਿਆਨਪੂਰਵਕ ਸਰਵਣ ਕਰਦਾ ਹੈ। ਇਸ ਲਈ ਕਿ ਇੱਕ ਬੋਲ ਨੂੰ ਬੜੀ ਇਕਾਗਰਤਾ ਨਾਲ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆਵੇ। ਮਹਾਰਾਜ ਜੀ ਨੇ 4 ਵਿਚਾਰ ਇਸ ਪੰਕਤੀ ਦੁਆਰਾ ਸਾਡੀ ਝੋਲੀ 'ਚ ਪਾਏ ਨੇ। ਪਹਿਲਾ ਵਿਚਾਰ ਹੈ ਸਤ ਸੰਗਤ। ਜਿੱਥੇ ਆਪ ਬੈਠੇ ਹੋ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜੈਸੇ ਨਾਵ ਵਿੱਚ ਕੋਈ ਆ ਕੇ ਬੈਠ ਜਾਏ ਨਾ, ਬੇੜੀ ਵਿੱਚ ਉਹ ਵਿਤਕਰਾ ਨਹੀਂ ਕਰਦੀ। ਬੇੜੀ ਐਸਾ ਨਹੀਂ ਕਹਿੰਦੀ ਵੀ ਮੇਰੇ ਵਿੱਚ ਆ ਕੇ ਪੁੰਨ ਕਰਮ ਕਰਨ ਵਾਲਾ ਬੈਠਾ ਹੈ ਤੇ ਇਸ ਨੂੰ ਪਾਰ ਉਤਾਰਨਾ ਹੈ। ਜੇ ਕੋਈ ਨਿਹਾਇਤ ਪਾਪੀ ਇਨਸਾਨ ਵੀ ਬੇੜੀ 'ਚ ਬੈਠ ਜਾਏ ਤੇ ਬੇੜੀ ਉਸ ਨੂੰ ਵੀ ਪਾਰ ਕਰ ਦਿੰਦੀ ਹੈ। ਡੋਬਣਾ ਉਸ ਦਾ ਸੁਭਾਅ ਨਹੀਂ ਹੈ। ਹਾਂ, ਮਨੁੱਖ ਦਾ ਸੁਭਾਅ ਹੈ ਇਹ ਬੇੜੀ ਡੋਬ ਵੀ ਸਕਦਾ ਹੈ, ਪਰ ਬੇੜੀ ਦਾ ਸੁਭਾਅ ਡੋਬਣਾ ਨਹੀਂ ਹੁੰਦਾ, ਬੇੜੀ ਦਾ ਸੁਭਾਅ ਤਾਰਨਾ ਹੀ ਹੁੰਦਾ ਹੈ। ਮਨੁੱਖ ਤੇ ਮਨੁੱਖ, ਜੇ ਕੋਈ ਪਸ਼ੂ ਵੀ ਆ ਜਾਏ ਤੇ ਭਾਰੀ ਵਸਤੂ ਵੀ ਆ ਜਾਏ ਤੇ ਬੇੜੀ ਦਾ ਸੁਭਾਅ ਹੈ, ਬੇੜੀ ਉਸ ਨੂੰ ਵੀ ਤਾਰਨ ਦੀ ਸਮਰੱਥਾ ਰੱਖਦੀ ਹੈ। ਉਹਦੇ ਸੁਭਾਅ ਵਿੱਚ ਤਾਰਨਾ ਹੁੰਦਾ ਹੈ। ਇਸ ਤਰ੍ਹਾਂ ਸਤ ਸੰਗਤ ਵਿੱਚ ਇਹ ਬਰਕਤ ਬਰਸਦੀ ਹੈ। ਗੁਰੂ ਦਾ ਸੁਭਾਅ ਹੁੰਦਾ ਸੰਗਤ ਵਿੱਚ ਬੈਠਿਆ। ਜਿਹੜਾ ਮਨੁੱਖ ਵੀ ਮਹਾਰਾਜ ਦੇ ਚਰਨਾਂ 'ਚ ਸੀਸ ਰੱਖੇ, ਪ੍ਰੇਮ ਨਾਲ ਸਜਦੇ ਵਿੱਚ ਆਪਣਾ ਆਪਾ ਅਰਪਣ ਕਰਦਾ ਹੈ,
ਗੁਰੂ ਦੀ ਸੰਗਤ ਦੀ ਬਰਕਤ ਸਦਕਾ ਉਹ ਸੰਸਾਰ ਦੇ ਦੁੱਖਾਂ ਤੋਂ ਪਾਰ ਉਤਰ ਜਾਂਦਾ ਹੈ। ਭਾਵੇਂ ਇਹ ਦੁੱਖ 4 ਸ਼੍ਰੇਣੀਆਂ 'ਚ ਮੰਨੇ ਜਾਂਦੇ। ਸਰੀਰਕ ਦੁੱਖ ਹੈ, ਕੋਈ ਰੋਗ ਹੋ ਗਿਆ। ਮਾਨਸਿਕ ਦੁੱਖ ਹੈ, ਕੋਈ ਸੋਗ ਹੋ ਗਿਆ। ਆਰਥਿਕ ਦੁੱਖ ਹੈ, ਗੁਜ਼ਾਰੇ ਜੋਗਾ ਸਾਧਨ ਮੋਲ ਮੌਜੂਦ ਨਹੀਂ ਹੈ। ਔਰ ਇੱਕ ਨੂੰ ਸਮਾਜਿਕ ਦੁੱਖ ਆਖੀਦਾ ਹੈ, ਬਈ ਬਹੁਤ ਵੱਡਾ ਕੋਈ ਅਪਮਾਨ ਹੋ ਗਿਆ, ਇਸ ਨੂੰ ਸਮਾਜਿਕ ਦੁੱਖ ਆਖਿਆ ਜਾਂਦਾ ਹੈ। ਸਾਨੂੰ ਜੀਵਨ ਵਾਸਤੇ ਕੇਵਲ ਰੋਟੀ, ਬਸਤਰ ਤੇ ਮਕਾਨ ਦੀ ਹੀ ਜ਼ਰੂਰਤ ਨਹੀਂ ਹੈ। ਸਾਨੂੰ ਜੀਵਨ ਵਿੱਚ ਸਾਮਾਨ ਦੀ ਵੀ ਜ਼ਰੂਰਤ ਹੈ, ਸਨਮਾਨ ਦੀ ਵੀ ਜ਼ਰੂਰਤ ਹੈ। ਇਸ ਲਈ ਸਮਾਜ ਵਿੱਚ ਕਿਸੇ ਮਨੁੱਖ ਦਾ ਬਹੁਤ ਵੱਡਾ ਅਪਮਾਨ ਹੋ ਜਾਏ ਨਾ, ਤੇ ਉਸ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਵੀ ਹੁਣ ਮੈਂ ਜੀ ਨਹੀਂ ਸਕਦਾ। ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਮਰ ਜਾਣਾ ਚੰਗਾ ਹੈ, ਕਿਉਂਕਿ ਜੀਵਨ ਵਿੱਚ ਸਨਮਾਨ ਵੀ ਸਵਾਸਾਂ ਦੀ ਤਰ੍ਹਾਂ ਜ਼ਰੂਰੀ ਹੈ। ਸਨਮਾਨ ਪਹਿਲਾਂ ਝੋਲੀ ਵਿੱਚ ਪੈ ਜਾਂਦਾ ਹੈ ਜਦ ਕੋਈ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਨਾ, ਸਾਧ ਸੰਗਤ। ਇਹ ਸਾਨੂੰ ਜਾਗਰਤੀ ਹੋਣੀ ਚਾਹੀਦੀ, ਇਸ ਗੱਲ ਦੀ ਚੇਤਨਾ ਹੋਣੀ ਚਾਹੀਦੀ ਹੈ ਕਿ ਗੁਰੂ ਦੀ ਸੰਗਤ ਵਿੱਚ ਆਉਂਦਿਆਂ ਕਿਤਨਾ ਵੱਡਾ ਸਨਮਾਨ ਮਿਲਦਾ। ਹੋਰ ਤੁਸੀਂ ਕਿਧਰੇ ਵੀ ਚਲੇ ਜਾਓ, ਦੁਨੀਆ ਦੇ ਕਿਸੇ ਧਰਮ ਸਥਾਨ ਤੇ ਚਲੇ ਜਾਓ, ਕਿਸੇ ਦਿਵਾਲੇ ਚਲੇ ਜਾਓ, ਤੇ ਤੁਹਾਨੂੰ ਉਸ ਦੇਵਤੇ ਦਾ ਰੂਪ ਨਹੀਂ ਆਖਿਆ ਜਾ ਸਕਦਾ, ਤੁਹਾਨੂੰ ਉਸ ਅਵਤਾਰ ਦਾ ਰੂਪ ਨਹੀਂ ਆਖਿਆ ਜਾ ਸਕਦਾ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਦਮਾਂ ਤੇ ਸੀਸ ਰੱਖਦਿਆਂ ਇਹ ਦਰਗਾਹੀ ਸਨਮਾਨ ਝੋਲੀ 'ਚ ਪੈਂਦਾ ਹੈ। ਇੱਥੇ ਇਹ ਸਾਨੂੰ ਸਨਮਾਨ ਮਿਲਦਾ, ਆਖਿਆ ਜਾਂਦਾ ਹੈ ਗੁਰੂ ਰੂਪ ਸਾਧ ਸੰਗਤ ਹੈ। ਕੋਈ ਵੀ ਆਇਆ ਤੇ ਗੁਰੂ ਉਸ ਨੂੰ ਆਪਣਾ ਰੂਪ ਬਣਾ ਲੈਂਦਾ। ਜਿਨ੍ਹਾਂ ਦੀ ਵਡਿਆਈ ਆਉਂਦੀ ਹੈ ਨਾ, ਉਹ ਆਪਣਾ ਰੂਪ ਬਣਾ ਸਕਦੇ ਨੇ, ਛੋਟੇ ਆਪਣਾ ਰੂਪ ਨਹੀਂ ਬਣਾ ਸਕਦੇ। ਜੈਸੇ ਛੋਟੀ ਛਪੜੀ ਵਿੱਚ ਕੋਈ ਪਾਣੀ ਦਾ ਵੱਡਾ ਬਹਾਓ ਆ ਜਾਏ ਤੇ ਉਹ ਆਪਣਾ ਰੂਪ ਨਹੀਂ ਕਰ ਸਕਦੀ, ਉਹ ਉਛਲ ਜਾਂਦੀ ਹੈ ਤੇ ਉਹਦਾ ਆਪਣਾ ਰੂਪ ਵੀ ਗੁੰਮ ਹੋ ਜਾਂਦਾ ਹੈ, ਆਪ ਵੀ ਖਤਮ ਹੋ ਜਾਂਦੀ ਹੈ। ਪਰ ਸਾਗਰ ਵਿੱਚ ਹਜ਼ਾਰਾਂ ਦਰਿਆ ਰੋਜ਼ ਆਉਂਦੇ ਨੇ, ਸਾਰੀ ਦੁਨੀਆ ਦੇ ਦਰਿਆ ਰੋਜ਼ ਆਉਂਦੇ ਨੇ, ਤੇ ਸਾਗਰ ਹਰ ਇੱਕ ਨੂੰ ਆਪਣਾ ਰੂਪ ਬਣਾ ਲੈਂਦਾ ਹੈ। ਕਾਰਨ ਕੀ ਹੈ? ਕਿਉਂਕਿ ਸਾਗਰ ਵਡਿਆਈ ਦਾ ਮਾਲਕ ਹੈ, ਗਹਿਰਾਈ ਦਾ ਮਾਲਕ ਹੈ। ਇਸ ਲਈ ਵੱਡ ਆਕਾਰੀ ਹੋਣ ਕਰਕੇ ਹਰ ਇੱਕ ਨੂੰ ਆਪਣਾ ਰੂਪ ਬਣਾ ਸਕਦਾ ਹੈ। ਛਪੜੀਆਂ, ਤਾਲਾਬ, ਝੀਲਾਂ, ਦਰਿਆ ਇਹ ਆਪਣਾ ਰੂਪ ਨਹੀਂ ਬਣਾ ਸਕਦੇ, ਕਿਨਾਰਿਆਂ ਤੋਂ ਬਾਹਰ ਹੋ ਜਾਂਦੇ। ਹੋਰ ਕਿਧਰੇ ਵੀ ਤੁਹਾਨੂੰ ਉਸ ਦਾ ਰੂਪ ਨਹੀਂ ਮਿਲੇਗਾ, ਆਰਾਧੇ ਦਾ ਰੂਪ ਨਹੀਂ ਮਿਲੇਗਾ। ਅਗਰ ਗੁਰੂ ਰੂਪ ਹੋਣ ਦਾ ਖਿਤਾਬ ਮਿਲਦਾ ਹੈ, ਵਡਿਆਈ ਮਿਲਦੀ ਹੈ, ਸਨਮਾਨ ਮਿਲਦਾ ਹੈ, ਤਾਂ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮਿਲਦਾ ਹੈ। ਇਸ ਗੱਲ ਦਾ ਵੀ ਸਾਨੂੰ ਅਹਿਸਾਸ ਹੋਵੇ, ਸਮਝ ਹੋਵੇ, ਜਾਗਰਤੀ ਚੇਤਨਾ ਹੋਵੇ ਕਿ ਜਿਸ ਦੇ ਕੋਲ ਬੈਠੇ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਆਪਣਾ ਰੂਪ ਹੀ ਕਰ ਲੈਂਦੇ, ਫਰਕ ਨਹੀਂ ਰਹਿਣ ਦਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਬੋਲ ਸਭ ਦੇ ਵਾਸਤੇ ਆਖੇ ਨੇ, ਤਾਂ ਕਿ ਹਰ ਇੱਕ ਨੂੰ ਇਹ ਗੱਲ ਸਹਿਜੇ ਸਮਝ ਆ ਜਾਏ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਇਸ ਗੱਲ ਦੀ ਚੇਤਨਾ ਹੋਣੀ ਜ਼ਰੂਰੀ ਹੈ, ਨਹੀਂ ਤੇ ਗੱਲ ਵਾਂਝੀ ਰਹਿ ਜਾਏਗੀ, ਸਮਝ ਵਿੱਚ ਨਹੀਂ ਆਵੇਗੀ। ਤੇ ਮੈਂ ਕਈ ਦਫਾ ਹੈਰਾਨ ਹੋਣਾ, ਜਿਨ੍ਹਾਂ ਨੂੰ ਸਮਝ ਨਹੀਂ ਆਈ ਵਿਰੋਧ ਕਰਦੇ ਹੋਏ ਦਿਖਾਈ ਪੈਂਦੇ। ਅੱਜ ਦੂਰ ਕਿਉਂ ਜਾਈਏ, ਤੁਹਾਨੂੰ ਆਪਣੇ ਵਿੱਚ ਹੀ ਦਿਖਾਈ ਪੈ ਜਾਣਗੇ ਜਿਹੜੇ ਮਹਾਰਾਜ ਜੀ ਦੀ ਬਖਸ਼ੀ ਹੋਈ ਨਿਤਨੇਮ ਦੀ ਬਰਕਤ ਦਾ ਹੀ ਵਿਰੋਧ ਕਰਦੇ।
ਅੰਮ੍ਰਿਤ ਵੇਲੇ ਜਾਗਣ ਦਾ ਵਿਰੋਧ ਕਰਦੇ ਨੇ। ਮਹਾਮੰਤਰ ਪਰਮਾਤਮਾ ਦੀ ਬਾਰਗਾਹ ਦੀ ਸਭ ਤੋਂ ਵੱਡੀ ਦਾਤ, ਮੂਲ ਮੰਤਰ ਗੁਰਮੰਤਰ ਦੇ ਜਾਪ ਦਾ ਵਿਰੋਧ ਕਰਦੇ ਨੇ। ਤੁਹਾਨੂੰ ਇਹੋ ਜਿਹੇ ਬੜੇ ਮਿਲ ਜਾਣਗੇ ਅਜੋਕੇ ਸਮੇਂ ਵਿੱਚ। ਇਹਦੀ ਨਹੀਂ ਲੋੜ, ਇਹਦੀ ਨਹੀਂ ਲੋੜ ਕਹਿੰਦੇ ਹੋਏ ਦਿਖਾਈ ਪੈਣਗੇ। ਕਾਰਨ ਕੀ ਹੈ? ਅੰਦਰ ਚੇਤਨਾ ਨਹੀਂ ਆ ਸਕੀ, ਅੰਦਰ ਜਾਗ ਨਹੀਂ ਸਕਿਆ, ਇਸ ਲਈ ਸੁੱਤਿਆਂ ਹੋਇਆਂ ਜੀਵਨ ਗੁਜ਼ਰਦਾ ਪਿਆ। ਇੱਕ ਦੋ ਵਿਚਾਰ ਮੈਂ ਆਪ ਜੀ ਨਾਲ ਉਦਾਹਰਣ ਦੇ ਤੌਰ ਤੇ ਹੋਰ ਸਾਂਝੇ ਕਰਨਾ ਚਾਹੁੰਦਾ। ਤੁਸੀਂ ਦੇਖੋ, ਤ੍ਰੇਤੇ ਦੇ ਅਵਤਾਰੀ ਪੁਰਸ਼ ਨੇ ਸ਼੍ਰੀ ਰਾਮ, ਸਾਡੇ ਦੇਸ਼ ਦੇ ਪੂਜਨਿਕ ਅਵਤਾਰ ਨੇ ਸ਼੍ਰੀ ਰਾਮ। ਉਹਨਾਂ ਦਾ ਨਾਮ ਮਾਤਰ ਪੱਥਰ ਤੇ ਲਿਖਣ ਨਾਲ ਪੱਥਰ ਵੀ ਸਾਗਰ ਤੇ ਤਰਨ ਲੱਗ ਪਏ ਸਨ ਤੇ ਪੁੱਲ ਬਣ ਗਿਆ ਸੀ। ਉਸ ਪੁੱਲ ਦਾ ਜ਼ਿਕਰ ਹੈ। ਹਨੂਮਾਨ ਜੀ ਨੇ ਰਾਮ ਸ਼ਬਦ ਲਿਖਣਾ ਸ਼ੁਰੂ ਕੀਤਾ ਤੇ ਹਨੂਮਾਨ ਇਹ ਵੀ ਦੱਸਣਾ ਚਾਹੁੰਦੇ ਨੇ ਬਈ ਪੱਥਰ ਵਰਗਾ ਹਿਰਦਾ ਹੋਵੇ, ਜੇ ਪਰਮਾਤਮਾ ਦਾ ਨਾਮ ਉਸ ਤੇ ਲਿਖਿਆ ਜਾਏ, ਪਰਮਾਤਮਾ ਦੀ ਵਡਿਆਈ ਨਾਲ ਜੁੜ ਜਾਏ, ਉਹ ਸੰਸਾਰ ਸਾਗਰ ਤੋਂ ਪਾਰ ਉਤਰ ਸਕਦਾ। ਤੇ ਪਾਰ ਨਹੀਂ ਉਤਰ ਸਕਦਾ, ਦੂਜਿਆਂ ਨੂੰ ਪਾਰ ਕਰਨ ਦਾ ਸਾਧਨ ਵੀ ਬਣ ਸਕਦਾ। ਸ਼੍ਰੀ ਰਾਮ ਜੀ ਦੇ ਕਦਮਾਂ ਦੀ ਖਾਕ ਸੋ ਗਈ ਸੀ ਅਹਿਲਿਆ ਬਾਈ, ਜੋ ਪੱਥਰ ਬਣੀ ਹੋਈ ਸੀ। ਅਚੇਤ ਹੋ ਗਈ ਸੀ, ਸਿਲਾ ਬਣੀ ਅਹਿਲਿਆ ਦੇ ਉਸ ਪੱਥਰਨੁਮਾ ਜਿਸਮ ਤੇ ਸ਼੍ਰੀ ਰਾਮ ਦੇ ਕਦਮਾਂ ਦੀ ਖਾਕ ਪਈ ਤੇ ਉਹ ਮੁੜ ਚੇਤਨਾ ਵਿੱਚ ਆ ਗਈ, ਫਿਰ ਨਾਰਮਲ ਜ਼ਿੰਦਗੀ ਵਿੱਚ ਆ ਗਈ। ਪਰ ਨਹੀਂ ਹੈ ਸਮਝ। ਮੈਂ ਅਰਜ਼ ਕਰਾਂ, ਕੈਕੇਈ ਨੂੰ ਉਹਨਾਂ ਦੇ ਘਰ ਵਿੱਚ ਹੀ ਹੈ ਮਾਤਾ ਕੈਕੇਈ। ਚੇਤਨਾ ਜਾਗਰਤ ਨਹੀਂ ਹੋ ਸਕੀ, ਖੇਡ ਬਣ ਨਹੀਂ ਸਕੀ। ਤੇ ਜਿਹੜੇ ਰਾਮ ਦਾ ਜਸ ਸੰਸਾਰ ਗਾਉਂਦਾ ਹੈ, ਹੋ ਸਕਦਾ ਕਈਆਂ ਨੂੰ ਸ਼੍ਰੀ ਰਾਮ ਦਾ ਨਾਮ ਸੁਣ ਕੇ ਸਕੂਨ ਮਿਲਦਾ ਹੋਵੇ, ਉਹ ਜੁੜ ਜਾਂਦੇ ਹੋਣ। ਸਬਰੀ ਜੈਸੀਆਂ ਆਤਮਾਵਾਂ ਜੁੜ ਗਈਆਂ, ਬ੍ਰਹਮ ਗਿਆਨ ਪ੍ਰਾਪਤ ਹੋਇਆ। ਪਰ ਚੇਤਨਾ ਨਾ ਹੋਣ ਕਰਕੇ ਕੈਕੇਈ ਉਹਨਾਂ ਦੀ ਮਾਤਾ ਹੁੰਦਿਆਂ ਹੋਇਆਂ, ਭਾਵੇਂ ਮੈਂ ਅਰਜ਼ ਕਰਾਂ ਉਹਨਾਂ ਦੀ ਕੁੱਖ ਨੂੰ ਇਹ ਭਾਗ ਤੇ ਨਾ ਲੱਗਿਆ ਕਿ ਸ਼੍ਰੀ ਰਾਮ ਵਰਗੀ ਆਤਮਾ ਨੂੰ ਜਨਮ ਦੇ ਸਕਦੇ। ਪਰ ਨੇਤਰਾਂ ਨੂੰ ਦਰਸ਼ਨ ਦਾ ਤੇ ਸੁਭਾਗ ਹੈ ਸੀ, ਹੱਥਾਂ ਨੂੰ ਸੇਵਾ ਦਾ ਤੇ ਸੁਭਾਗ ਹੈ ਸੀ। ਪਰ 14 ਸਾਲ ਦਾ ਬਨਵਾਸ ਸ਼੍ਰੀ ਰਾਮ ਲਈ ਤਜਵੀਜ਼ ਕਰਾਇਆ ਕੈਕੇਈ ਨੇ। ਕਾਰਨ ਕੀ ਹੈ? ਜਾਗਰਤੀ ਕੋਈ ਨਹੀਂ, ਸਮਝ ਕੋਈ ਨਹੀਂ, ਇਸ ਲਈ ਸੰਸਾਰ ਵਿੱਚ ਡੁੱਬ ਗਏ। ਮਹਾਰਾਜ ਜੀਆਂ ਦੇ ਅਗੰਮੀ ਬੋਲ ਨੇ, ਕਹਿੰਦੇ ਨੇ ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਖ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀ ਅਲੇ, ਨਾਨਕ ਮਨ ਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਤੇ ਇੱਕ ਉਦਾਹਰਣ ਹੋਰ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਤ੍ਰੇਤੇ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਤੇ ਦੁਆਪਰ ਦੇ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਨੇ, ਤੇ ਉਹਨਾਂ ਦੇ ਪਰਿਵਾਰ ਵਿੱਚ ਹੀ ਹੈਗਾ ਹੈ ਕੰਸ, ਉਹਨਾਂ ਦਾ ਮਾਮਾ ਹੈ। ਕਹਿੰਦੇ ਨੇ 2 ਵਾਰੀ ਮਾਂ ਆਖੋ ਤੇ 1 ਵਾਰੀ ਮਾਮਾ ਆਖਿਆ ਜਾਂਦਾ। ਭਾਵ 2 ਮਾਵਾਂ ਦਾ ਹਿਰਦੇ ਦੀ ਮਮਤਾ ਜਿਸ ਵਿੱਚ ਹੋਵੇ ਉਸ ਨੂੰ ਮਾਮਾ ਆਖਿਆ ਜਾਂਦਾ। ਜਾਂ ਸੰਸਕ੍ਰਿਤ ਦਾ ਸ਼ਬਦ ਮਾਤੁਲ ਹੈ, ਤੇ ਮਾਤੁਲ ਦਾ ਅਰਥ ਹੈ ਮਾਂ ਦੇ ਤੁਲ, ਮਾਂ ਵਰਗਾ ਜਿਸ ਦੇ ਕੋਲ ਰਿਸ਼ਤਾ ਹੈ, ਮਾਂ ਵਰਗਾ ਜਿਸ ਕੋਲ ਪ੍ਰੇਮ ਹੈ, ਉਸ ਨੂੰ, ਉਸ ਰਿਸ਼ਤੇ ਨੂੰ ਮਾਮਾ ਆਖਿਆ ਜਾਂਦਾ। ਪਰ ਹੈਰਾਨਗੀ ਦੀ ਗੱਲ ਹੈ, ਆਪਣੇ ਸਕੇ ਭਾਣਜੇ ਬੱਚੇ ਆਪਣੇ ਤੇ ਸ਼੍ਰੀ ਕ੍ਰਿਸ਼ਨ ਤੇ ਭਿਆਨਕ ਜ਼ੁਲਮ ਕਰਦਿਆਂ ਦੇਖਿਆ ਗਿਆ ਇਸ ਕੰਸ ਨੂੰ। ਕਾਰਨ ਕੀ ਹੈ? ਅੰਦਰ ਚੇਤਨਾ ਕੋਈ ਨਹੀਂ, ਜਾਗਰਤੀ ਕੋਈ ਨਹੀਂ, ਇਸ ਲਈ ਇਹ ਵੱਡਾ ਜ਼ੁਲਮ ਕਰਦਾ ਪਿਆ। ਹਰਨਾਖਸ ਨੂੰ ਦੇਖ ਲਓ ਨਾ, ਆਪਣੇ ਹੀ ਪੁੱਤਰ ਪ੍ਰਹਿਲਾਦ ਤੇ ਕਿਤਨਾ ਤੁਅਸਬ ਕੀਤਾ, ਕਿਤਨਾ ਜ਼ੁਲਮ ਢਾਇਆ।
ਕਾਰਨ ਕੀ ਹੈ? ਚੇਤਨਾ ਨਹੀਂ ਆ ਸਕੀ, ਸਮਝ ਨਹੀਂ ਆ ਸਕੀ। ਤੇ ਮੈਂ ਅਰਜ਼ ਕਰਾਂ, ਦੂਰ ਕਿਉਂ ਜਾਈਏ? ਸ੍ਰੀ ਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਵੀ ਹੈਗਾ ਬਾਬਾ ਪ੍ਰਿਥੀ ਚੰਦ। ਜੀਵਨ ਦੇ ਪਹਿਲੇ 16 ਸਾਲ ਗੁਰੂ ਪਿਤਾ ਨਾਨਾ ਗੁਰੂਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ ਰਹੀ। ਉਹਨਾਂ ਦੀ ਗੋਦ ਵਿੱਚ ਖੇਲਦਾ ਰਿਹਾ, ਉਹਨਾਂ ਦੇ ਹੱਥੋਂ ਭੋਜਨ ਵੀ ਕਰਦਾ ਰਿਹਾ ਪ੍ਰਿਥੀ ਚੰਦ। ਤੇ ਫਿਰ 7 ਸਾਲ ਗੁਰਤਾ ਤੇ ਬਿਰਾਜੇ ਰਹੇ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਕੋਲ ਵੀ ਵਿਚਰਦਾ ਰਿਹਾ। 23 ਸਾਲ ਦੀ ਉਮਰ ਤੱਕ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਵਿੱਚ ਬਾਬਾ ਪ੍ਰਿਥੀ ਚੰਦ ਰਹੇ। 7 ਸਾਲ ਗੁਰੂ ਪਦਵੀ ਤੇ ਬਿਰਾਜਮਾਨ ਹੋਣ ਦੀ ਤੇ 16 ਸਾਲ ਜਨਮ ਤੋਂ ਲੈ ਕੇ ਇਹ 23 ਸਾਲ ਦਾ ਸਮਾਂ ਰਿਹਾ। ਪਰ ਜਾਗਰਤੀ ਨਾ ਹੋਣ ਕਰਕੇ ਗੁਰੂ ਰਾਮਦਾਸ ਜੀ ਦਾ ਵੀ ਵਿਰੋਧ ਕਰਦੇ ਰਹੇ। ਨਾ ਪਿਤਾ 'ਚ ਪਰਮਾਤਮਾ ਦਿਖਾਈ ਪਿਆ ਤੇ ਨਾ ਨਾਨਾ ਜੀ ਵਿੱਚ ਪਰਮਾਤਮਾ ਦਿਖਾਈ ਪਿਆ। ਬੜਾ ਗਹਿਰਾ ਨੁਕਤਾ ਹੈ, ਧਿਆਨ ਨਾਲ ਸਰਵਣ ਕਰਨਾ, ਕਿਉਂਕਿ ਅੰਦਰ ਚੇਤਨਾ ਕੋਈ ਨਹੀਂ, ਜਾਗਰਤੀ ਕੋਈ ਨਹੀਂ। ਤੇ ਫਿਰ ਮੈਂ ਅਰਜ਼ ਕਰਾਂ, ਉਹੀ ਗੁਰੂ ਜੋਤ ਦੀ ਬਰਕਤ ਭਰਾ ਦੇ ਰੂਪ ਵਿੱਚ ਸਾਰੀ ਜ਼ਿੰਦਗੀ ਸਾਹਮਣੇ ਰਹੀ ਬਾਬਾ ਪ੍ਰਿਥੀ ਚੰਦ ਦੇ। ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ? ਬਈ ਨਾਨਾ ਵੀ ਗੁਰੂ ਪਦਵੀ ਤੇ ਹੋਵੇ, ਪਿਤਾ ਵੀ ਗੁਰੂ ਪਦਵੀ ਤੇ ਹੋਵੇ, ਭਰਾ ਵੀ ਗੁਰੂ ਪਦਵੀ ਤੇ ਹੋਵੇ, ਤੇ ਅੱਗੋਂ ਪੁੱਤਰ ਵੀ ਵਲੀ ਅਹਿਦ ਸਲਤਨਤ ਹੋਵੇ, ਗੁਰੂ ਪਦਵੀ ਦਾ ਮਾਲਕ ਹੋਵੇ। ਭਤੀਜੇ ਵਿੱਚ ਤੇ ਪੁੱਤਰ ਵਿੱਚ ਫਰਕ ਕੀ ਹੈਗਾ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹੀ ਬੋਲ ਆਖੇ ਸਨ, ਮੀਣਾ ਹੋਇਆ ਬਿਰਥੀਆ ਕਰ ਕਰ ਤੋਂਡਕ ਬਰਲ ਚਲਾਇਆ, ਚੰਦਨ ਵਾਸ ਨਾ ਬਾਂਸ ਬੁਹਾਇਆ। ਜਿਵੇਂ ਚੰਦਨ ਦੀ ਸੁਗੰਧੀ ਬਾਂਸ ਵਿੱਚ ਨਹੀਂ ਆਉਂਦੀ, ਇਸ ਤਰ੍ਹਾਂ ਸਾਖਸ਼ਾਤ ਪਰਮਾਤਮਾ ਸਾਹਮਣੇ ਬੈਠਾ ਹੋਵੇ, ਮਨਮੁਖ ਤੇ ਅਚੇਤ ਮਨੁੱਖ ਵਿੱਚ ਉਹ ਗੁਣ ਕਦੀ ਨਹੀਂ ਆਉਂਦੇ, ਉਹ ਵਾਂਝਾ ਰਹਿ ਜਾਂਦਾ। ਬੜੇ ਵਾਂਝੇ ਰਹਿ ਜਾਂਦੇ ਨੇ। ਮੈਂ ਅਰਜ਼ ਕਰਨਾ ਚਾਹੁੰਦਾ, ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ 4 ਗੁਰੂ ਜਾਮਿਆਂ ਦਾ ਸਾਥ ਰਿਹਾ ਤੇ 4 ਗੁਰੂ ਜਾਮੇ ਉਹਦੇ ਪਰਿਵਾਰ ਦੇ ਰਹੇ, ਪਰ ਮਨ ਦੀ ਖੇਡ ਨਹੀਂ ਬਣ ਸਕੀ। ਇਸ ਤਰ੍ਹਾਂ ਹੀ ਸੰਗਤ ਵਿੱਚ ਆ ਕੇ ਵੀ ਜੇ ਮਨ ਦੀ ਖੇਡ ਨਾ ਬਣੇ, ਜਾਗਰਤੀ ਨਾ ਬਣੇ, ਤੇ ਫਿਰ ਖੇਡ ਬਣਦੀ ਹੋਈ ਦਿਖਾਈ ਨਹੀਂ ਪੈਂਦੀ। ਇਹ ਇਲਾਕਾ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਬੜੇ ਬੜੇ ਵਿਦਵਾਨਾਂ ਦਾ ਇਲਾਕਾ ਰਿਹਾ। ਗੁਰਮਤਿ ਦੇ ਵੀ ਵਿਦਵਾਨ ਇੱਥੇ ਰਹੇ। ਜਿਵੇਂ ਆ ਨਾਲ ਹੀ ਹੈ, ਜ਼ਿਆਦਾ ਦੂਰ ਨਹੀਂ ਹੈ, ਕੈਥਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਇੱਥੇ ਨਿਵਾਸ ਰੱਖਦੇ ਸਨ। ਰਾਜਾ ਉਦੈ ਸਿੰਘ ਗੁਰਮੁਖ ਆਤਮਾ ਸਨ, ਬੜੇ ਉੱਚੇ ਇਖਲਾਕ ਵਾਲੇ। ਉਹਨਾਂ ਦਾ ਉਹ ਨਗਰ ਸੀ, ਉਹਨਾਂ ਦੀ ਰਿਆਸਤ ਸੀ, ਜਿੱਥੇ ਭਾਈ ਸੰਤੋਖ ਸਿੰਘ ਜੀ ਨੇ ਮਹਾਰਾਜ ਜੀ ਦਾ ਸਾਰਾ ਇਤਿਹਾਸ ਲਿਖਿਆ। ਬੜੇ ਉੱਚੇ ਇਖਲਾਕ ਵਾਲੇ ਸਨ। ਜੈਸੇ ਮਨੁੱਖ ਨੂੰ ਚੇਤਨਾ ਪ੍ਰਾਪਤ ਹੁੰਦੀ ਹੈ, ਉਹਦਾ ਇਖਲਾਕ ਉੱਚਾ ਹੋ ਜਾਂਦਾ ਹੈ। ਪਹਿਲੀ ਪਛਾਣ ਇਹ ਹੁੰਦੀ, ਉੱਚੇ ਇਖਲਾਕ ਵਾਲੇ ਮਨੁੱਖ ਦੀ ਜ਼ਬਾਨ ਤੋਂ ਭੈੜੇ ਬੋਲ ਨਹੀਂ ਨਿਕਲਦੇ। ਮਿਥਿਆ ਨਾਹੀ ਰਸਨਾ ਪਰਸ, ਮਨ ਵਿੱਚ ਭੈੜਾਪਨ ਨਹੀਂ ਚੱਲਦਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਨੇਤਰਾਂ ਵਿੱਚ ਪਰਾਇਆ ਰੂਪ ਹਾਵੀ ਨਹੀਂ ਹੁੰਦਾ। ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਪ੍ਰੇਮ ਹਿਰਦੇ ਵਿੱਚ ਬਣਦਾ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨ ਸੁਨੇ ਕਾਹੂ ਕੀ ਨਿੰਦਾ। ਸਭ ਤੇ ਜਾਣੇ ਆਪਸ ਕੋ ਮੰਦਾ। ਇਹ ਜਾਗਰਤ ਹਿਰਦੇ ਦੀ ਖੇਡ ਬਣਦੀ ਹੈ। ਅਚੇਤ ਮਨੁੱਖ ਦੂਜੇ ਦੇ ਧਨ ਨੂੰ ਹੜਪੇਗਾ, ਪਰਾਏ ਤਨ ਨੂੰ ਦੇਖ ਕੇ ਲੁਭਾਇਮਾਨ ਹੋਵੇਗਾ। ਜਾਗਰਤ ਅਵਸਥਾ ਦਾ ਮਾਲਕ ਐਸਾ ਨਹੀਂ ਕਰ ਸਕਦਾ। ਮੈਨੂੰ ਭਾਈ ਰਾਜਾ ਉਦੈ ਸਿੰਘ ਜੀ ਦਾ ਇੱਕ ਵਾਕਿਆ ਚੇਤੇ 'ਚ ਆ ਗਿਆ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਹ ਇੰਤਹਾਈ ਨਿਮਰਤਾ ਦੇ ਵੀ ਧਾਰਨੀ ਸਨ। ਆਪਣੇ ਆਪ ਨੂੰ ਰਾਜਾ ਉਦੈ ਸਿੰਘ ਨਹੀਂ ਅਖਵਾਉਂਦੇ ਸਨ, ਆਪਣੇ ਆਪ ਨੂੰ ਭਾਈ ਉਦੈ ਸਿੰਘ ਅਖਵਾਉਂਦੇ ਸਨ।
ਇੱਕ ਦਫਾ ਉਹਨਾਂ ਦੇ ਨਾਮ ਤੇ ਪੱਤਰ ਘਾ ਗਈ ਕਿਸੇ ਰਿਆਸਤ ਵੱਲੋਂ। ਬੜੇ ਸਤਿਕਾਰ ਨਾਲ ਨਾਮ ਲਿਖਿਆ ਸੀ, ਸ੍ਰੀ ਹਜ਼ੂਰ ਰਾਜਾ ਉਦੈ ਸਿੰਘ ਕੈਥਲਪਤੀ ਰਿਆਸਤ ਕੈਥਲ ਖਾਸ। ਇਹ ਉੱਤੇ ਸਿਰਨਾਮਾ ਲਿਖਿਆ ਹੋਇਆ ਸੀ ਤੇ ਪੱਤਰ ਪਹੁੰਚਾਉਣ ਵਾਲੇ ਨੇ ਪੱਤਰ ਪਹੁੰਚਾਇਆ। ਤੇ ਜਿਹੜਾ ਪੱਤਰ ਪੜ੍ਹਨ ਵਾਲਾ ਸੀ ਨਾ ਅੱਗੋਂ ਅਹਿਲਕਾਰ, ਉਸਨੇ ਦੇਖਿਆ ਤੇ ਇਹ ਨਾਂ ਦੱਸਿਆ ਬਈ ਤੁਹਾਡਾ ਨਾਮ ਇਸ ਤਰ੍ਹਾਂ ਲਿਖਿਆ ਹੋਇਆ। ਤੇ ਕਹਿਣ ਲੱਗੇ ਮੇਰਾ ਪੱਤਰ ਨਹੀਂ ਹੈਗਾ, ਮੇਰੀ ਚਿੱਠੀ ਨਹੀਂ ਹੈਗੀ। ਉਹਨਾਂ ਕਹੇ ਨਹੀਂ ਰਾਜਾ ਸਾਹਿਬ, ਤੁਹਾਡਾ ਹੀ ਨਾਮ ਮੁਬਾਰਕ ਲਿਖਿਆ ਹੈ, ਤੁਹਾਡੀ ਰਿਆਸਤ ਦਾ ਨਾਮ ਲਿਖਿਆ ਹੈ, ਤੇ ਫਿਰ ਚਿੱਠੀ ਕਿਸ ਦੀ ਹੋ ਸਕਦੀ ਹੈ? ਆਖਣ ਲੱਗੇ ਨਹੀਂ, ਇਹ ਸ੍ਰੀ ਹਜ਼ੂਰ ਰਾਜਾ ਉਦੈ ਸਿੰਘ ਲਿਖਿਆ ਹੋਇਆ। ਆਖਣ ਲੱਗੇ ਹਾਂ ਬਿਲਕੁਲ ਇਹ ਤੁਹਾਡਾ ਹੀ ਨਾਮ ਹੈ। ਪਰ ਰਾਜਾ ਉਦੈ ਸਿੰਘ ਕਹਿਣ ਲੱਗੇ, ਆਖਣ ਲੱਗੇ ਨਹੀਂ, ਜੇ ਮੇਰਾ ਪੱਤਰ ਹੁੰਦਾ ਨਾ ਇਹ ਕਿਸੇ ਰਾਜੇ ਉਦੈ ਸਿੰਘ ਦਾ ਹੋਣਾ ਹੈ, ਜੇ ਮੇਰਾ ਪੱਤਰ ਹੁੰਦਾ ਤੇ ਭਾਈ ਉਦੈ ਸਿੰਘ ਲਿਖਿਆ ਹੋਣਾ ਸੀ। ਇਸ ਕਰਕੇ ਪੱਤਰ ਨਾ ਖੋਲ, ਭਾਵੇਂ ਕਿਸੇ ਦਾ ਹੀ ਹੈਗਾ। ਹੁਣ ਅੱਜ ਦੇਖੋ ਨਾ ਸਾਡੇ ਲਕਬ ਕਿਵੇਂ ਚੱਲਦੇ ਨੇ, ਫਲਾਣਾ ਫਲਾਣਾ, ਬੜੇ ਲਕਬ ਨਾਲ ਲੱਗ ਜਾਂਦੇ। ਨਿਰਮਾਣਤਾ ਜਾਂਦੀ ਰਹਿੰਦੀ ਹੈ। ਜਿੱਥੋਂ ਨਿਰਮਾਣਤਾ ਚਲੀ ਜਾਏ ਉੱਥੋਂ ਮਹਾਨਤਾ ਵੀ ਪਰ ਲਾ ਕੇ ਉੱਡ ਜਾਂਦੀ ਹੈ। ਮਹਾਨਤਾ ਦਾ ਬੀਜ ਨਿਰਮਾਣਤਾ ਦੇ ਵਿੱਚੋਂ ਨਿਕਲਦਾ ਹੈ। ਇੰਝ ਕਹਿ ਲਓ, ਮਹਾਨਤਾ ਦਾ ਮਹਿਲ ਨਿਰਮਾਣਤਾ ਦੀ ਬੁਨਿਆਦ ਤੇ ਉਸਾਰਿਆ ਜਾਂਦਾ ਹੈ। ਉਹਨਾਂ ਦਾ ਇਖਲਾਕ ਬੜਾ ਮਹਾਨ ਸੀ। ਇੱਕ ਦਿਨ ਉਹ ਸੈਰ ਕਰਦੇ ਪਏ ਸਨ ਉੱਪਰ ਆਪਣੀ ਡਿਉੜੀ ਦੀ ਛੱਤ ਤੇ ਕੁਝ ਨੌਜਵਾਨ ਬੱਚੀਆਂ ਉਹਨਾਂ ਦੇ ਖੂਹ ਤੋਂ ਪਾਣੀ ਦੇ ਘੜੇ ਲੈ ਕੇ ਨਾ ਜਾਂਦੀਆਂ ਪਈਆਂ ਸਨ ਆਪਣੇ ਘਰ ਵਿੱਚ ਵਰਤਣ ਵਾਸਤੇ। ਤੇ ਡਿਉੜੀ ਦਾ ਦੁਆਰਪਾਲ ਜਿਹੜਾ ਦਰੋਗਾ ਸੀ, ਸਿਪਾਹ ਸਾਲਾਰ, ਉਸਨੇ ਬੱਚੀਆਂ ਨੂੰ ਦੇਖ ਕੇ ਤੇ ਖੰਗੂਰਾ ਮਾਰਿਆ, 2-4 ਵਾਰ ਖੰਘਿਆ ਉਹਨਾਂ ਨੂੰ ਲੰਘਦਿਆਂ ਦੇਖ ਕੇ। ਤੇ ਰਾਜਾ ਉਦੈ ਸਿੰਘ ਜਿਹੜੇ ਸਨ ਉਹਨਾਂ ਨੇ ਦੇਖਿਆ ਬਈ ਚੰਗਾ ਨਹੀਂ ਕਰਦਾ ਪਿਆ, ਬੱਚੀਆਂ ਲੰਘਦੀਆਂ ਪਈਆਂ ਨੇ ਤੇ ਇਹ ਉਹਨਾਂ ਨੂੰ ਦੇਖ ਕੇ ਤੇ ਖੰਘਦਾ ਪਿਆ। ਪਰ ਫੇਰ ਵੀ ਚੰਗੀ ਤਰ੍ਹਾਂ ਮੇਕ ਸ਼ੋਰ ਕਰਨ ਵਾਸਤੇ, ਗੱਲ ਸਮਝਣ ਵਾਸਤੇ ਡਿਉੜੀ ਦੀ ਛੱਤ ਤੋਂ ਉਤਰ ਕੇ ਤੇ ਡਿਉੜੀ ਦੇ ਸਾਹਮਣੇ ਅੰਦਰ ਵਾਰ ਸੈਰ ਕਰਨ ਲੱਗ ਪਏ। ਤੇ 15-20 ਮਿੰਟ ਨਾਲੇ ਪਾਠ ਕਰਦੇ ਰਹੇ, ਨਾਲੇ ਸੈਰ ਕਰਦੇ ਰਹੇ। ਉਹ ਫੇਰ ਨਾ ਖੰਘਿਆ। ਉਹਨਾਂ ਨੂੰ ਯਕੀਨ ਹੋ ਗਿਆ ਵੀ ਇਹਨੂੰ ਖੰਘ ਦੀ ਕੋਈ ਬਿਮਾਰੀ ਨਹੀਂ ਹੈ, ਇਹ ਦੇਖ ਕੇ ਹੀ ਖੰਘਿਆ ਹੈ। ਤੇ ਕੋਲ ਬੁਲਾ ਲਿਆ ਤੇ ਫਿਰ ਪੁੱਛਿਆ। ਆਖਣ ਲੱਗੇ ਬਈ ਸੱਜਣਾ, ਕੁਝ ਸਮਾਂ ਪਹਿਲੇ ਤੈਨੂੰ ਖੰਘ ਦੀ ਬਿਮਾਰੀ ਤਾਂ ਨਹੀਂ ਰਹੀ, ਖੰਘ ਵਗੈਰਾ ਦੀ ਕੋਈ ਤਕਲੀਫ ਤਾਂ ਨਹੀਂ ਰਹੀ? ਤੇ ਉਸਨੇ ਬੜੇ ਫਖਰ ਨਾਲ ਕਿਹਾ, ਨਹੀਂ ਰਾਜਾ ਸਾਹਿਬ, ਮੈਂ ਬਿਲਕੁਲ 9/9 ਹਾਂ। ਮੈਨੂੰ ਤੇ ਕਦੀ ਨਾ ਬੁਖਾਰ ਚੜਿਆ, ਨਾ ਜ਼ੁਕਾਮ ਹੋਇਆ, ਤੇ ਨਾ ਕਦੀ ਖੰਘ ਲੱਗੀ ਹੈ। ਮੈਂ ਬਿਲਕੁਲ ਤੰਦਰੁਸਤ ਹਾਂ, 9/9 ਹਾਂ। ਮੈਂ ਇਖਲਾਕ ਦੀ ਗੱਲ ਕਰਦਾ ਪਿਆ ਸੀ, ਤੁਸੀਂ ਧਿਆਨ ਵਿੱਚ ਰੱਖਣਾ। ਤੇ ਰਾਜਾ ਉਦੈ ਸਿੰਘ ਕਹਿਣ ਲੱਗੇ, ਫਿਰ ਜੋ ਗੱਲ ਮੈਂ ਸਮਝਣਾ ਚਾਹੁੰਦਾ ਸੀ ਮੈਨੂੰ ਸਮਝ ਆ ਗਈ। ਤੇ ਤੈਨੂੰ ਪਤਾ ਨਹੀਂ ਲੱਗਿਆ, ਇਹ ਰਿਆਸਤ ਮੇਰੀ ਨਹੀਂ ਹੈ, ਮੈਂ ਮਾਲਕ ਨਹੀਂ ਹਾਂ। ਜਿਹੜੇ ਰਿਆਸਤਾਂ ਦੇ ਮਾਲਕ ਹੁੰਦੇ ਨੇ, ਰਾਜੇ ਹੁੰਦੇ ਨੇ, ਪਰਜਾ ਉਹਨਾਂ ਦੀਆਂ ਧੀਆਂ ਪੁੱਤਰਾਂ ਸਮਾਨ ਹੁੰਦੀ ਹੈ। ਤੇ ਤੂੰ ਮੇਰੀ ਰਿਆਸਤ ਵਿੱਚ ਰਹਿ ਕੇ ਮੇਰੀਆਂ ਬੱਚੀਆਂ ਤੇ ਖੰਘਿਆ ਹੈ, ਕਾਰਨ ਕੀ ਹੈਗਾ? ਇਸ ਨੁਕਤੇ ਨੂੰ ਸਮਝਣ ਦਾ ਯਤਨ ਕਰਨਾ। ਮੇਰੀਆਂ ਬੱਚੀਆਂ ਤੇ ਤੂੰ ਖੰਘਿਆ ਹੈ। ਉਹ ਦਰੋਗਾ ਜਿਹੜਾ ਸੀ ਨਾ, ਦੁਆਰਪਾਲ ਡਿਉੜੀ ਦਾ, ਉਹ ਕੰਬਣ ਲੱਗ ਪਿਆ। ਆਖਣ ਲੱਗੇ, ਨਹੀਂ ਦੱਸ ਕਿਉਂ ਖੰਘਿਆ ਹੈ? ਆਖਣ ਲੱਗਾ, ਹਜ਼ੂਰ, ਅਸਲ ਵਿੱਚ ਮੇਰੇ ਮਨ 'ਚ ਮੈਲ ਆ ਗਈ ਸੀ, ਮੈਂ ਤਾਂ ਖੰਘਿਆ। ਉਹਨਾਂ ਨੂੰ ਦੇਖ ਕੇ ਮੇਰਾ ਮਨ ਵਾਸਨਾ ਵਾਲੇ ਪਾਸੇ ਗਿਆ ਸੀ। ਤੇ ਰਾਜਾ ਉਦੈ ਸਿੰਘ ਕਹਿਣ ਲੱਗੇ, ਫਿਰ ਦੂਜੀ ਗੱਲ ਹੈ, ਇਹ ਰਿਆਸਤ ਗੁਰੂ ਨਾਨਕ ਦੀ ਬਖਸ਼ੀ ਹੋਈ ਹੈ,
कलगी वाले दी बख्शी हुई है ते ये बच्चियां कलगी वाले दियां ने, गुरु नानक दियां ने, ते तू इन्हां नूं देख के नीयत मैली करदा है ते ओदे दिते हुए राज दा द्वारपाल नहीं हो सकदा। मैं ऐसे वेले तैनूं नौकरी तो बर्खास्त करदा। ये सारा इलाका वही इलाका है जिस थां आप बैठे हो। विद्वानां दा इलाका है, फिर संतां दा इलाका है। ये तो तुहानूं पता ही है। धन धन माता गुजरी साहिब जी दे पिता भाई लाल चंद सुपखिया इत्थों ही माइग्रेट होके ते श्री करतारपुर साहब जलंधर निवास उन्होंने कीता सी, जिथे गुरु तेग बहादुर साहब जियां दे नाल उन्हां दी सपुत्री मात गुजरी जी दा रिश्ता तय होया ते आनंद कारज होया। ये सिੱਖੀ ਦਾ गढ़ इलाका है। फिर सब तो पहला जिस महान फकीर नूं गुरु गोबिंद सिंह महाराज जी के आगमन बारे बोध होया, वो फकीर भी घुड़ाम दा इसे इलाके का रहने वाला सी। ये इलाका बड़ा मशहूर रहा है। कभी साडे इतिहास विच इहदा जिक्र है। सी नगर लखनौर इलाका अंबां वाला। इत्थे कदी वड्डे वड्डे अंबां दे बाग होंदे सन ते इन्हां कुछ इलाके दे शहरां दा नगरां दा नाम भी बागां वाला पिया होया सी। कोई बागां वाला, कोई अंबां वाला, कोई निरा अंब ते कोई काला अंब आख्या जांदा सी। ये इलाका अंबां दे बागां वाला कदी होंदा सी। ते मैं अर्ज करा इत्थे रूहानियत के पौधे भी खिले ने। पीर भीखन शाह नूं पता चलिया, जिसने सब तो पहले गुरु गोबिंद सिंह महाराज नूं खुदा करके सजदा किया, वो थोड़े इस इलाके का ही रहने वाला सी। ये बड़ा महान इलाका है ते विद्वानां दा इलाका है। नानू नाम दा पंडित भी जेड़ा अपने वाले दिग्विजय जिसने कीती सी, जिस दे ज्ञान दा कोई मुकाबला नहीं कर सकदा सी, वो थोड़े इलाके दा कुरुक्षेत्र दा रहने वाला सी। तुसी पढ़ के देख लेना, जिहदे सामने वड्डे वड्डे विद्वान सजदा रत हो जाते सन, नतमस्तक होंदे सन, उस दा नाम पंडित नानू दिओ ऐसे ही इलाके का रहने वाला। ते फिर मैं अर्ज करना चाहता हाँ, वो लाल चंद या कृष्ण लाल करके भी उन्हों का नाम आया, जिहड़ा गुरु हरकृष्ण साहिब जी ते शक पाल बैठा बई इतना छोटा बच्चा गुरु किवें हो सकता। वो भी इस इलाके का रहने वाला। ये विद्वानां का इलाका है। ते मैं अर्ज करा महाराज ने इस इलाके च अपने चरण पाए ने। होर भी गुरु अस्थान थानू नेड़े नेड़े मिल जाणगे, जिवें मंजी साहिब आदक अस्थान महाराज दे इत्थे मौजूद ने। जिथे तुसी बैठे हुए तीर्थां दा महान तीरथ है, पर तां ही समझ आवे जे अंदर जागृति बने। मैनू सत्कारयोग भाई साहब भाई बूटा सिंह जी दसदे पे सन कि इत्थे बहुत सारे लाचार लोग आउंदे ने, जिन्हां दे शरीर दे रोग किधरे ठीक नहीं होंदे। वो गुरु हरकृष्ण साहिब जी दे चरनां विच आके सजदा करदे ने, अमृत जल सरोवर विच इशनान करदे ने, ते रोगी होए आउंदे ने ते निरोग हो के जांदे ने। देखो 8वें पातशाह जी का ये विशेष समागम है। ये जन्म दिहाड़े नालों भी वड्डा समागम है। इतना प्रेम है संगत विच कि महाराज जी दे इत्थे आउण दा 355 साला है। 355 साल हो गए जब महाराज इत्थे आए सन ते 3 दिन रहे सन ते बरकतां नाल झोलियां भरदे रहे। ते 355 साल बाद भी गुरु हरकृष्ण साहिब जी नूं प्यार करन वाले, उन्हां दा सत्कार करन वाले 3.5 सदियां तो बाद भी भुले नहीं। बिखम मौसम होने के बावजूद भी आके हाज़रियां भरते रहे ने। मैं जब शामी आया सी देखिया सी लंघिया नहीं जाता सी।
इतनियां संगतां दूर दराज तो महाराज दियां हाज़रियां भरन वास्ते पहुंचियां। ये संगत, ये अस्थान, ये दीवान बेड़ी वाली बरकत रखते ने। मेरे माधो जी सत संगत मिले सो तरिया। जिथे सत्संग करनी है ना साध संगत, उत्थे सावधान रहना। जिहड़ा मरीज दवाई वरतदियां होया परहेजगारी रखता है, वह जल्दी ठीक हो जाता। सत्संग करदियां कुसंग तो बच के रहना। कबीर जी दे दो बचन मैं आप जी दे नज़र करना चाहता। मारी मरो कुसंग की केले निकट ज्यों बेर, ओ झूले ओ चीरिए साकत संग ना है। साकत पुरख नाल दृष्टि भी ना मिला, क्योंकि उसकी दृष्टि दियां मलीन तरंगा तेरी दृष्टि नूं भी मैले पन नाल भर देणगियां। इसलिए कुसंगत तो बच के रहना। अज कलयुग का समय कुसंगत का समा है। पहले ऐसा हुंदा सी किसी वड्डे शहर विच कोई एक अद्धा वैश्याला हुंदा सी ते उस नूं कुसंग दा घर आखदे सन, बई कुसंग दा थां है। फिर हौली हौली तो मैं अर्ज करा घर घर में टैलीविजन आ गए, उत्ते भगती सतसंग ते थोड़ा ही दिखाया जाता है ते कुसंग दा प्रसार ज्यादा होंदा है। ते राजनीतिकां दियां मौजां लगियां होईयां ने। बड़ी हैरानगी दी गल है, बंदा टीवी अपने पैसों नाल खरीदे, अपने घर विच उहनूं जगह देवे, अपना कीमती थां उहदे लई रोक के रखे, ते फिर महंगे भाव की बिजली बो बाले ते मिले कख भी ना, गल उन्हां दी सुने। कमाल की गल है। वो राजनीतिकां दा ते जैकपॉट निकलिया, लैटरी नहीं निकली, जैकपॉट निकलिया। पैसे थोड़े खर्चे जाणगे, जगह थोड़ी अविरुद्धत होवेगी, बिजली का बिल थोड़ा बलेगा, पर गल थानू उन्हां दी सुननी पएगी। जो वो सुनाण, जो वो दिखाण, उही देखना पएगा, उही सुनना पएगा। कोई दसे भी मेरे घर दे टीवी विच कदी मैनू भी दिखाया गया। एक कुसंग का प्रभाव बनया होया है। तो फिर मैं अर्ज करा अजकल तो कुसंगत विच इतना वाधा हो गया कि हर बंदे दी जेब विच ही पई हुई है। ए फोन विच ही सब कुछ हो ही जाता है, बाकी कित्थे जाना। इसलिए कुसंग तो बच के रहना है, सत्संग करना है, कुसंग तो बच के रहना है। कबीर जी ने सतसंगी हिरदे नूं केले दे दरखत नाल उदाहरणत किया है ते कुसंगी नूं कंडे वर्गा आख्या। मैं कई दफा सोचदा आप सारे सियाणे पुरख विराजमान हो गुरु घर दे, महान सेवादार मंजिल साडे सत्कारयोग भाई सुखदेव सिंह जी, बहुत प्यार वाला हिरदा है। कोई आवे तो कितने प्यार नाल उसनूं निवाजदा है। भाई साहब भाई बूटा सिंह जी, आप सारे सियाणे पुरख बैठे हो, सतसंगी नूं उन्होंने केले दे दरखत नाल उदाहरणत किया है। कारण की है, केला दरखत होंदियां होयां भी लकड़ नहीं होंदा। ए किसी आरा मशीन ते तुसी जाके देख लेना, तुहानूं तरह तरह दियां लकड़ां चीर पैण वास्ते आईयां मिलणगियां, पर केले दा दरखत चिरन वास्ते नहीं आया होवेगा। वो दरखत होंदियां भी जल दा ही रूप होंदा है। ते जिहड़ा सतसंगी है ना साध संगत, वो कारोबारी होंदियां होया, वो संसारी होंदियां होया संसार दा रूप नहीं होंदा, निरंकार दा रूप होंदा है और कोमलता नाल भरिया होंदा है। उहदे बोल किसी दी दिल सिकनी नहीं कर सकते। हाँ, सख्त हिरदे वाला मंदिर भी तोड़ सकता है, मस्जिदां भी तोड़ सकता है, चर्चा नूं गुरुद्वारियां नूं भी अग ला सकता है, किसी दे गल विच टायर पा के जिंदा जला भी सकता है। पर सतसंगी हिरदा अपना सीस दे के दूजियां दे सीस बचाता है, उस दे अंदर कुरखतपना नहीं आता। फिर पत्ते बड़े वड्डे वड्डे ने, थोड़ी जी हवा चले ना ते केला चंगा झूम लैंदा है, आनंद लै लैंदा है, क्योंकि पत्ते वड्डे ने
पर कितनी वधिया हवा चलती होवे, सारा बाग झूम रहा होवे, थानू कंडा कदी झूमदा होया दिखाई नहीं पवेगा। इंज कहना पएगा जहांगीर दा औरंगजेब दा हिरदा कंडे वर्गा है। सामने गुरु हरकृष्ण बैठे ने, गुरु तेग बहादुर बैठे ने, गुरु अर्जन देव माठे ने, पर उसना नू झूमदे हुए नहीं देखा जा सकता। जबकि अंतरयामता की खेड भी वरती है। महाराज ने खुद कह दिता सी राणी की गोद विच बैठ के, बई हे राणी तू सोहना ही परमात्मा की दिती हुई पदवी की मालिका है, पर तू बस्तर क्यों गोलियां वाले पाए हुए। सारी खेड वरतदी हुई तुसी अपने अखीं देखी है। फिर बड़ा वड्डा करिश्मा ये भी कह दिता, जांदियां होया बाबा बस है ग्राम बकाले, मिल सत संगत सकल संभाले। ये बोल भी साहब ने आख दिते सन, और आख्या असां गुरता उन्होंने दे दिती है। उम्र जरूर छोटी है, पर बरकत वही गुरु नानक वाली। जोत ओहा जुगत साए, सह काया फेर पलटी है। इन्हां दिनां तुसीं सैकड़े वार ये जिक्र बार बार सुनोगे, बई वो मूर्ख सज्जू जिहड़ा ना बोल सकदा है ना सुन सकदा है, पढ़िया लिखिया होण दा सवाल ही पैदा नहीं होंदा। महाराज दी मेहर दी छड़ी उहदे सीस ते आई, ते शब्द सलोकी गीता दे अर्थ उसने सुना दिते सन चमत्कारक ढंग नाल। ते मन जागृत अवस्था विच आ गया सी लाल चंद दा भी, या कृष्ण लाल नाम दे ब्राह्मण दा। उसने कहा महाराज मैनू सिक्खी दे देवो, मैं भुल गया, मैं थोड़े चरना दा मान नहीं कर सकिया। उस दा मन फिर जाग गया, पर साडा मन हाले तक नहीं जागया। साडे चों कई होणगे जिहड़े कबरां ते भी चले जांदे, जिहड़े मंगतियां दी तरह ज्योतिषियां दे सामने भी हथ जा फैलांदे ने। कोई ज्योतिषी नहीं होंदा, मैं तुहानू खुद नूं ही तुहाडा ज्योतिष दस दिंदा हां। जे अमृत वेला जागदा पिया बनदा पिया है, जप करदियां नितनेम करदियां मिलन लग पिया है, ते फिर जिंदगी दे सारे सुख तुहाडी झोली च आउण वाले ने, कोई रोक नहीं सकदा। ते जे अमृत वेला ही सुत्तियां लंघ जाता है, जाप कोल नहीं है, नितनेम कोल नहीं है, ते फिर जेड़े मर्जी उपाओ करदे फिरो, जिंदगी विचों दुख दूर नहीं होवेगा। सब तो वड्डा उपाय ये हैगा है, महाराज बाणी च कहंदे ने उपावां सिर उपाओ है, हर नाम प्राप्त होए। ਇਹ सब तो वड्डा उपाव है। कोई करके देखे तो फिर जिथे होवे उत्थों ही जपिया जा सकता है। उठत बैठत सोवत ध्याईए, मार्ग चलत हरे हर गाईए। हौली हौली ये चलते फिरदे जपण दी बरकत अमृत वेला झोली च पा देवेगी। गुरु हरकृष्ण महाराज बैठे ने, विराजमान ने सतगुरु पातशाह। कोई देह अरोगता मंग के जाता है। मैं भी इत्थे महाराज कोल जदों आया सी ते देह अरोगता मंगी, महाराज दे चरनां सीस रखिया, हे गुरु हरकृष्ण पातशाह देह अरोगता मिल जाए। पिछले साल 4 फरवरी दास दा इत्थे आउणा लिखिया होया सी बई हाज़री भरनी है। मैं लुधियाने पहुँच भी गया नैनीताल तो, पर मैनू शरीरक वड्डा कष्ट आ गया है। इत्थों लैके ना मत्थे तो पिछे तक कोई 32 जगह मेरा सिर टुट गया सी, 32 फ्रैक्चर आ गए। तो डॉक्टर कहन लगे हुण बचना मुश्किल है, ICU विच भर्ती कर लिया। मैनू होर ते बहुता चेता ना रहा, पर बार बार उस हालत विच गुरु हरकृष्ण पातशाह जी दे चरण दिखाई पैंदे रहे, और ये अस्थान की याद मन विच आउंदी रही भी हे गुरु पातशाह, मैनू इस तरह महसूस होंदा रहा जिवें मैं पंजोखरा साहब आके हाज़री भरदा पिया।
ਉਹ ਬੜਾ ਵੱਡਾ ਕਸ਼ਟ ਮੇਰੇ ਸਰੀਰ ਤੇ ਆ ਗਿਆ ਸੀ, ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਰਜਿਸਟਰ ਵਿੱਚ ਮੇਰਾ ਨਾਮ ਲਿਖਿਆ ਸੀ ਤੇ ਮੈਨੂੰ ਲੇਪ ਨਾ ਲਾਗੋ ਤਿਲਕਾ ਮੂਲ, ਐਸੀ ਬਰਕਤ ਬਣੀ। ਡਾਕਟਰ ਕਹਿੰਦੇ ਸਨ ਬਈ ਇਸ ਤਰ੍ਹਾਂ ਦਾ ਮਰੀਜ਼ 40-40 ਸਾਲ ਕੌਮਾਂ ਵਿੱਚ ਪਿਆ ਰਹਿੰਦਾ ਤੇ ਫਿਰ ਉਹਦੀ ਡੈਥ ਹੋ ਜਾਂਦੀ, ਮੌਤ ਹੋ ਜਾਂਦੀ, ਬਚਾਇਆ ਨਹੀਂ ਜਾ ਸਕਦਾ। ਪਰ ਮਹਾਰਾਜ ਜੀ ਦੇ ਇਸ ਸਥਾਨ ਤੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਰਜਿਸਟਰ ਵਿੱਚ ਮੇਰਾ ਨਾਮ ਲਿਖਿਆ ਸੀ ਤੇ ਮੈਂ 9/9 ਹੋ ਕੇ ਫਿਰ ਮਹਾਰਾਜ ਦੀ ਹਾਜ਼ਰੀ ਭਰਦਾ ਪਿਆ। ਇਹ ਸਤਿਗੁਰੂ ਜੀ ਦੇ ਅਸਥਾਨ ਦੀ ਬਰਕਤ ਹੈ ਜਿੱਥੇ ਆਪ ਬੈਠੇ। ਮਾਮੂਲੀ ਗੱਲ ਨਹੀਂ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਤ ਸੰਗੀ ਹਿਰਦਾ ਥੋੜੀ ਗੱਲ ਦਾ ਵੀ ਜ਼ਿਆਦਾ ਰਸ ਲੈ ਲੈ, ਪਰ ਕੁਸੰਗੀ ਨੂੰ ਰਸ ਪ੍ਰਾਪਤ ਨਹੀਂ ਹੁੰਦਾ। ਸਾਈਂ ਮੀਆਂ ਮੀਰ ਮਹਾਰਾਜ ਨੂੰ ਕਹਿੰਦੇ ਸਨ, ਹੇ ਗੁਰੂ ਪਿਤਾ, ਘੋੜੇ ਤੇ ਬੈਠਣ ਲੱਗਿਆਂ ਰਕਾਬ ਵਿੱਚ ਪੈਰ ਨਾ ਰੱਖੋ, ਮੇਰੇ ਸੀਸ ਤੇ ਪੈਰ ਰੱਖ ਕੇ ਘੋੜੇ ਤੇ ਬੈਠੋ। ਪਰ ਜਹਾਂਗੀਰ ਕੰਡੇ ਵਰਗਾ ਹੈ, ਉਸ ਨੂੰ ਉਹ ਸੀਸ ਚੰਗਾ ਨਹੀਂ ਲੱਗਦਾ। ਇਹ ਖੇਡ ਸਤ ਸੰਗਤ ਵਿੱਚ ਬਣਦੀ ਹੈ, ਜਾਗਰਤੀ ਆ ਜਾਂਦੀ ਹੈ। ਸਤ ਸੰਗਤ ਮਿਲੇ ਸੋ ਤਰਿਆ। ਦੋ ਤਰ੍ਹਾਂ ਇਹ ਪੰਕਤੀ ਹੈ, ਇੱਕ ਜਗ੍ਹਾ ਸਿਹਾਰੀ ਨਾਲ ਹੈ, ਆਸਾ ਰਾਗ ਵਿੱਚ, ਗੋਜਰੀ ਰਾਗ ਵਿੱਚ। ਸਤ ਸੰਗਤ ਮਿਲੇ ਸੇ ਤਰਿਆ। ਰਹਿ ਰਾਸ ਵਿੱਚ ਸਤ ਸੰਗਤ ਮਿਲੇ ਸੋ ਤਰਿਆ। ਥੋੜਾ ਜਿਹਾ ਸ਼ਬਦ 'ਚ ਹੋਰ ਫਰਕ ਹੈ। ਇੱਥੇ ਹੈ ਤਿੰਨ ਕਵਣ ਖਿਲਾਵੇ, ਚਵਣ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਤੇ ਉੱਥੇ ਗੋਜਰੀ ਰਾਗ ਵਿੱਚ ਹੈ, ਉਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਥੋੜਾ ਥੋੜਾ ਫਰਕ ਸਾਹਿਬ ਨੇ ਰੱਖਿਆ ਹੈ। ਬਾਣੀ ਦੋਵੇਂ ਜਗ੍ਹਾ ਗੁਰੂ ਅਰਜਨ ਦੇਵ ਜੀ ਦੀ। ਤੇ ਫਰਕ ਪਤਾ ਕਿਉਂ ਰੱਖਿਆ ਹੈ? ਤਾਂ ਕਿ ਪਾਠ ਕਰਦਿਆਂ ਸਿੱਖ ਨੂੰ ਪਤਾ ਹੋਵੇ, ਸਾਵਧਾਨੀ ਹੋਵੇ, ਮੈਂ ਰਹਿਰਾਸ ਵਾਲਾ ਸ਼ਬਦ ਪੜ੍ਹਦਾ ਪਿਆ ਕਿ ਗੁਜਰੀ ਰਾਗ ਵਾਲਾ ਪੜ੍ਹਦਾ ਪਿਆ। ਇਹ ਸੋਦਰ ਦੇਖੋਗੇ ਨਾ, 3 ਜਗ੍ਹਾ ਇਹ ਸ਼ਬਦ ਦੀਦਾਰ ਦਿੰਦਾ ਹੈ, ਰਹਿਰਾਸ ਵਿੱਚ ਵੀ, ਜਪਜੀ ਸਾਹਿਬ ਵਿੱਚ ਵੀ ਤੇ ਰਾਗ ਆਸਾ ਵਿੱਚ ਵੀ। ਤੁਸੀਂ ਕਦੀ ਤਿੰਨੇ ਸ਼ਬਦ ਸਾਹਮਣੇ ਰੱਖ ਕੇ ਦੇਖਣਾ। 52 ਫਰਕ ਮਹਾਰਾਜ ਨੇ ਰੱਖੇ ਨੇ। ਪਤਾ ਕਿਉਂ ਰੱਖੇ ਨੇ? ਇਸ ਕਰਕੇ ਕਿ ਪਤਾ ਹੋਵੇ ਮੈਂ ਸ਼ਬਦ ਪੜ੍ਹਦਾ ਕਿਹੜਾ ਪਿਆ। ਨਹੀਂ ਤੇ ਬੜੀ ਵਾਰੀ ਐਸਾ ਹੁੰਦਾ ਹੈ, ਆਖਰੀ ਪੰਕਤੀ ਦਾ ਖਿਆਲ ਨਹੀਂ ਰੱਖਿਆ, ਸੋਦਰ ਪੜ੍ਹਦਿਆਂ ਹੋਇਆਂ ਤੇ ਰਹਿ ਰਾਸ ਪੜ੍ਹਦਾ ਗਿਆ ਤੇ ਪਤਾ ਉਦੋਂ ਲੱਗਿਆ ਜਦੋਂ ਭੋਗ ਜਪਜੀ ਸਾਹਿਬ ਦਾ ਪਾ ਦਿੱਤਾ, ਕਿਉਂਕਿ ਖਿਆਲ ਨਹੀਂ ਰੱਖਿਆ। ਕਈ ਵਾਰੀ ਜਪਜੀ ਸਾਹਿਬ ਪੜ੍ਹਦਿਆਂ ਵੀ ਐਸਾ ਹੋ ਜਾਂਦਾ ਹੈ, ਬੰਦਾ ਉਦੋਂ ਪਤਾ ਲੱਗਦਾ ਜਦੋਂ ਇਹ ਪੰਕਤੀ ਆਉਂਦੀ ਹੈ ਜਿਸ ਵਿੱਚ ਮਹਾਰਾਜ ਕਹਿੰਦੇ ਨੇ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਹੈਰਾਨ ਹੁੰਦਾ ਇਹ ਕੀ ਹੋਇਆ? ਸ਼ੁਰੂ ਜਪਜੀ ਸਾਹਿਬ ਕੀਤਾ ਸੀ, ਪਹੁੰਚ ਰਹਿ ਰਾਸ ਵਿੱਚ ਗਿਆ, ਹੋਰ ਕੁਝ ਨਹੀਂ ਹੋਇਆ। ਉਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ ਜੋ ਮਹਾਰਾਜ ਨੇ ਫਰਕ ਰੱਖੇ ਸਨ। ਤੇ ਉਹ ਇਸ ਲਈ ਫਰਕ ਰੱਖੇ ਨੇ ਤਾਂ ਕਿ ਸਾਨੂੰ ਪਤਾ ਹੋਵੇ ਮੈਂ ਸ਼ਬਦ ਪੜ੍ਹਦਾ ਕਿਹੜਾ ਪਿਆ। ਇਹ ਧਿਆਨ ਸਤਸੰਗ ਵਿੱਚ ਬਣਦਾ ਹੈ। ਸਤ ਸੰਗਤ ਮਿਲੇ ਸੋ ਤਰਿਆ। ਤੇ ਦੂਜੀ ਖੇਡ ਇੱਥੇ ਵਰਤਦੀ ਹੈ ਗੁਰਪ੍ਰਸਾਦ ਦੀ। ਪਤਾ ਨਹੀਂ ਚੱਲਦਾ ਕਦੋਂ ਗੁਰਪ੍ਰਸਾਦ ਦੀ ਖੇਡ ਵਰਤ ਜਾਂਦੀ ਹੈ। ਜਿਵੇਂ ਮਾਤਾਵਾਂ ਦਹੀਂ ਜਮਾਂਦੀਆਂ, ਦੁੱਧ ਨੂੰ ਜਾਗ ਲਾ ਦਿੰਦੀਆਂ ਨੇ ਤੇ ਸਵੇਰੇ ਉੱਠ ਕੇ ਢੱਕਣ ਉਤਾਰੀਦਾ ਤੇ ਦਹੀਂ ਬਣਿਆ ਹੁੰਦਾ। ਇਸ ਤਰ੍ਹਾਂ ਸੰਗਤ ਵਿੱਚ ਬੈਠਦਿਆਂ ਮਹਾਰਾਜ ਜੀ ਦੀ ਮਿਹਰ ਹੋ ਜਾਂਦੀ ਹੈ। ਦੂਸਰਾ ਵਿਚਾਰ ਹੈ ਗੁਰਪ੍ਰਸਾਦ। ਵੈਸੇ ਕੋਈ ਸੂਰਮਾ ਹਾਥੀ ਨੂੰ ਨਹੀਂ ਮਾਰ ਸਕਦਾ, ਪਰ ਗੁਰਪ੍ਰਸਾਦ ਦੀ ਖੇਡ ਕਰਕੇ ਬਾਬਾ ਬਲਜਿੰਦਰ ਸਿੰਘ ਨੇ ਨਾਗਣੀ ਵਰਸੇ ਨਾਲ ਹਾਥੀ ਦੇ ਮਸਤਕ ਤੇ 7 ਤਵੇ ਫੌਲਾਦ ਦੇ ਵੱਜੇ ਹੋਏ ਸੀ। 7 ਤਵੇ ਵੀ ਕੱਟ ਦਿੱਤੇ, ਉਹਦਾ ਦਿਮਾਗ ਵੀ ਚੀਰਿਆ ਗਿਆ। ਇਹ ਗੁਰਪ੍ਰਸਾਦ ਦੀ ਖੇਡ ਹੈ। ਬਲਦੇ ਹੋਏ ਭੱਠ 'ਚ ਬੈਠ ਕੇ ਬਾਬਾ ਬਿਧੀ ਚੰਦ ਦਾ ਰੋਮ ਵੀ ਨਹੀਂ ਜਲਿਆ। ਇਹ ਗੁਰਪ੍ਰਸਾਦ ਦੀ ਖੇਡ ਹੈ। ਭਾਈ ਕਾਲੇ ਦੇ ਹੱਥ ਵਿੱਚ
ਮਹਾਰਾਜ ਜੀ ਨੇ ਆਪਣਾ ਬਲ ਦੇ ਕੇ ਤੇ ਜੈਦ ਪੁਰਾਣੇ ਦਾ ਸੰਘਾਰ ਕਰ ਦਿੱਤਾ ਸੀ। ਇਹ ਗੁਰਪ੍ਰਸਾਦ ਦੀ ਖੇਡ ਹੈ। ਤੇ ਗੂੰਗੇ ਬਹਿਰੇ ਜਨਮਾਂ ਜਨਮਾਂ ਤੋਂ ਕੰਗਲੇ ਸੱਜੋ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਣਾ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪ੍ਰਸਾਦ ਦੀ ਖੇਡ ਹੈ, ਗੁਰੂ ਦੀ ਕਿਰਪਾ ਦੀ ਖੇਡ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਪ ਹਰ ਰੋਜ਼ ਜਿਹੜੇ ਨੇੜੇ ਨੇੜੇ ਵਾਲੇ ਹੋ ਆ ਕੇ ਇਸ ਸਥਾਨ ਤੇ ਬੈਠਿਆ ਕਰੋ, ਇਸ਼ਨਾਨ ਕਰਿਆ ਕਰੋ, ਰੌਣਕਾਂ ਵਧਾਇਆ ਕਰੋ। ਫਿਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਵੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਅਸਥਾਨਾਂ ਦੀਆਂ ਪਹੁੰਚ ਕੇ ਰੌਣਕਾਂ ਵਧਾਏਗਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਦੇ ਘਰ ਦੀਆਂ ਵੀ ਰੌਣਕਾਂ ਵਧਾ ਦੇਣਗੇ। ਉਹਦਾ ਜੀਵਨ ਰੌਣਕਾਂ ਨਾਲ ਭਰ ਜਾਏਗਾ। ਗੁਰਪ੍ਰਸਾਦ ਪਰਮ ਪਦ ਪਾਇਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਸ਼ੁਰੂਆਤ ਸਤਸੰਗ ਤੋਂ ਹੀ ਕਰਨੀ ਹੈ। ਫਿਰ ਗੁਰਪ੍ਰਸਾਦ ਪਰਮ ਪਦ ਪਾਇਆ ਤੇ ਸੁੱਕੇ ਕਾਸ਼ਟ ਹਰਿਆ। ਜਿਵੇਂ ਅਨੰਤ ਕਾਲ ਤੋਂ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ ਸੀ। ਪਟਨਾ ਸਾਹਿਬ ਦਾ ਬਾਗ ਤੁਸੀਂ ਦੇਖਿਆ ਹੈ, ਅਨੰਤ ਕਾਲ ਤੋਂ ਸੁੱਕਾ ਹੋਇਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪਏ, ਉਹ ਸੁੱਕਾ ਹੋਇਆ ਬਾਗ ਐਸਾ ਹਰਿਆ ਭਰਿਆ ਹੋਇਆ ਕਿ ਹੁਣ ਸਦੀਆਂ ਲੰਘ ਗਈਆਂ ਨੇ, ਦੁਬਾਰੇ ਇਹ ਬਾਗ ਸੁੱਕ ਨਹੀਂ ਸਕਿਆ, ਅੱਜ ਵੀ ਹਰਿਆ ਭਰਿਆ। ਗੁਰੂ ਮਿਹਰ ਕਰ ਦੇਵੇ। ਸਮੇਂ ਦਾ ਤਕਾਜ਼ਾ ਹੈ। ਦੁਨੀਆ ਦੇ ਕਿਸੇ ਬਗੀਚੇ ਵਿੱਚ ਇਤਨਾ ਖੇੜਾ ਨਹੀਂ ਹੁੰਦਾ ਜਿਤਨਾ ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਭਰੋਸਾ ਰੱਖਣ ਵਾਲੇ ਗੁਰਮੁਖਾਂ ਦੇ ਹਿਰਦੇ ਵਿੱਚ ਖੇੜਾ ਹੁੰਦਾ। ਸਾਡਾ ਮਨ ਜਾਗਰਤੀ ਨੂੰ ਪ੍ਰਾਪਤ ਕਰੇ, ਚੇਤਨਾ ਨੂੰ ਪ੍ਰਾਪਤ ਕਰੇ। ਅਸੀਂ ਕੇਕਈ ਵਾਂਗੂ ਨਾ ਰਹਿ ਜਾਈਏ, ਅਸੀਂ ਕੰਸ ਵਾਂਗੂ ਨਾ ਰਹਿ ਜਾਈਏ, ਅਸੀਂ ਬਾਬੇ ਪ੍ਰਿਥੀ ਚੰਦ ਵਾਂਗੂ ਨਾ ਰਹਿ ਜਾਈਏ। ਸਾਡਾ ਹਿਰਦਾ ਭਗਤੀ ਭਾਵ ਨਾਲ ਸਰਾਬੋਰ ਹੋ ਜਾਏ। ਇੰਨੇ ਹੀ ਬਚਨ ਇਸ ਵੇਲੇ ਪ੍ਰਵਾਨ ਕਰਨੇ। ਮੈਂ ਬਹੁਤ ਸ਼ੁਕਰਗੁਜ਼ਾਰ, ਮਸ਼ਕੂਰ ਤੇ ਮਮਨੂਨ ਹਾਂ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਦਾ ਔਰ ਬਹੁਤ ਹੀ ਸਤਿਕਾਰਯੋਗ ਇਸ ਸਥਾਨ ਦੇ ਮੁੱਖ ਸੇਵਾਦਾਰ ਮੈਨੇਜਰ ਸਾਹਿਬ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਦਾ। ਇਹ ਸਾਡੀ ਇੱਕ ਐਸੀ ਸੰਸਥਾ ਹੈ SGPC ਜਿਸ ਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ। ਬੜੀਆਂ ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ ਕੇ, ਜੇਲ੍ਹਾਂ ਵਿੱਚ ਰੁੱਲ ਰੁੱਲ ਕੇ ਸਾਡੇ ਉਹਨਾਂ ਬਜ਼ੁਰਗਾਂ ਨੇ ਇਹ ਸੰਸਥਾ ਕਾਇਮ ਕੀਤੀ ਹੈ। ਇਹ ਸੰਸਥਾ ਬੇਗਾਨੀ ਨਹੀਂ ਹੈ, ਤੁਹਾਡੀ ਆਪਣੀ, ਤੁਹਾਡਾ ਆਪਣਾ ਜਿਹੜਾ ਘਰ ਹੈਗਾ ਹੈ। ਅੱਜ ਵੀ ਤੁਸੀਂ ਦੇਖੋ ਬਾਹਰ ਦੇ ਮੁਲਕਾਂ ਵਿੱਚ ਬੜੇ ਕੇਸ ਚੱਲਦੇ ਨੇ, ਉਹਨਾਂ ਨੂੰ ਹਜ਼ਾਰਾਂ ਲੱਖਾਂ ਡਾਲਰਾਂ ਵਿੱਚ ਵਕੀਲਾਂ ਨੂੰ ਪੇਮੈਂਟਾਂ ਕਰਨੀਆਂ ਪੈਂਦੀਆਂ ਨੇ। ਭਾਵੇਂ ਸਾਡੇ ਹੋਰ ਵੀ ਅਸਥਾਨ ਸਤਿਕਾਰਯੋਗ ਨੇ, ਸੰਸਥਾਵਾਂ ਦਾ ਸਤਿਕਾਰ ਹੈ, ਪਰ ਉਹਨਾਂ ਸਾਰਿਆਂ ਨੂੰ ਵਕੀਲ ਮੁਹੱਈਆ ਹੋਰ ਕੋਈ ਨਹੀਂ ਕਰਾਂਦਾ, SGPC ਕਰਾਂਦੀ ਹੈ, ਤੁਹਾਡੀ ਸੰਸਥਾ ਕਰਾਂਦੀ ਹੈ। 28,000 ਤੋਂ ਜ਼ਿਆਦਾ SGPC ਵਿੱਚ ਕਰਮਚਾਰੀ ਸ਼ਬਦ ਵਰਤ ਸਕਦੇ। ਕਰਮਚਾਰੀ ਸਾਰਿਆਂ ਨੂੰ ਮਕਾਨ ਦੇਣੇ, ਤਨਖਾਹਾਂ ਦੇਣੀਆਂ, ਔਰ ਹਰ ਲੈਵਲ ਦੇ ਨੇ, ਡਾਕਟਰ ਤੋਂ ਲੈ ਕੇ ਸੇਵਾਦਾਰ ਤੱਕ, ਵਕੀਲ ਵੀ ਨੇ, ਇੰਜੀਨੀਅਰ ਵੀ ਨੇ, ਸਾਰੀਆਂ ਪਦਵੀਆਂ। ਸਭ ਨੂੰ ਮਕਾਨ ਦੇਣਾ, ਮੈਡੀਕੇਸ਼ਨ ਦੇਣਾ, ਫਿਰ ਤਨਖਾਹਾਂ ਦੇਣੀਆਂ। ਜਦੋਂ ਤੋਂ ਇਹ ਸਾਡੀ ਪ੍ਰਾਊਡ ਵਾਲੀ ਸੰਸਥਾ, ਫਖਰਯੋਗ ਸੰਸਥਾ ਹੋਂਦ ਵਿੱਚ ਆਈ ਹੈ, ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਵੇਗਾ ਬਈ ਕਿਸੇ ਸੇਵਾਦਾਰ ਦੀ ਤਨਖਾਹ ਲੇਟ ਹੋ ਗਈ ਹੋਵੇ। ਸਰਕਾਰਾਂ ਕਰਦੀਆਂ ਨੇ, ਐਜੀਟੇਸ਼ਨ ਹੁੰਦੇ ਨੇ, ਧਰਨੇ ਦਿੱਤੇ ਜਾਂਦੇ ਨੇ ਬਈ ਐਨੇ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹ ਤੁਹਾਡੀ ਆਪਣੀ ਧਾਰਮਿਕ ਸੰਸਥਾ 2 ਦਿਨ ਪਹਿਲਾਂ ਹੀ, ਜੇ 31 ਦਾ ਮਹੀਨਾ ਹੋਵੇ ਨਾ ਤੇ 29 ਨੂੰ ਅਗਲੇ ਦੇ ਖਾਤੇ ਵਿੱਚ ਤਨਖਾਹ ਚਲੀ ਜਾਂਦੀ, ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਂਦੀ। ਮੈਂ ਸ਼ੁਕਰਗੁਜ਼ਾਰ ਹਾਂ ਸਤਿਗੁਰੂ ਪਾਤਸ਼ਾਹ ਜੀ ਦਾ, ਜਿਨ੍ਹਾਂ ਇਹੋ ਜਿਹੀ ਸੰਸਥਾ
ਸਾਨੂੰ ਪ੍ਰਦਾਨ ਕੀਤੀ ਹੈ। ਨਿੰਦਾ ਕਰਨ ਵਾਲੇ ਤਾਂ ਬਹੁਤ ਨੇ, ਗੁਰੂ ਨਾਨਕ ਦੀ ਵੀ ਨਿੰਦਾ ਕਰਦੇ। ਮੈਂ ਅਰਜ਼ ਕਰਾਂ ਕੁਝ ਖਾਮੀਆਂ ਵੀ ਹੁੰਦੀਆਂ ਨੇ, ਵਿਅਕਤੀਗਤ ਖਾਮੀਆਂ ਹੁੰਦੀਆਂ ਨੇ। ਬਾਬਾ ਪ੍ਰੀਤੀ ਚੰਦ ਵੀ ਗੁਰੂ ਕੁਲ ਵਿੱਚ ਹੈਗਾ ਹੈ, ਪਰ ਉਹਦੇ ਕਰਕੇ ਗੁਰੂ ਹਰਕ੍ਰਿਸ਼ਨ ਤੇ ਛੋਟੇ ਨਹੀਂ ਹੋ ਜਾਂਦੇ। ਰਾਮ ਰਾਏ ਵੀ ਹੈਗਾ ਹੈ, ਪਰ ਉਹਦੇ ਕਰਕੇ ਗੁਰੂ ਹਰਕ੍ਰਿਸ਼ਨ ਜੀ ਦੀ ਬਰਕਤ ਛੋਟੀ ਨਹੀਂ ਹੋ ਜਾਂਦੀ। ਕੁਝ ਲੋਕ ਹੁੰਦੇ ਨੇ ਜੋ ਸਵਾਰਥੀ ਹੁੰਦੇ, ਆਖਰ ਬਹੁ ਗਿਣਤੀ ਜੋ ਹੋਈ। ਕੁਝ ਲੋਕ ਇਸ ਢੰਗ ਦਾ ਕਿਰਦਾਰ ਦਿਖਾ ਜਾਂਦੇ ਨੇ, ਪਰ ਉਸ ਕਰਕੇ ਸਾਡੀ ਇਹ ਸੰਸਥਾ ਛੋਟੀ ਨਹੀਂ ਹੋ ਜਾਂਦੀ। ਇਹ ਦੇਖੋ ਕਿੰਨੇ ਵੱਡੇ ਵੱਡੇ ਅਸਥਾਨ ਬਣੇ ਹੋਏ ਨੇ। ਇੱਥੇ ਪੈਸਾ ਗਿਣ ਗਿਣ ਕੇ ਨਹੀਂ ਲੱਗਾ, ਤੇ ਮੈਂ ਅਰਜ਼ ਕਰਾਂ ਤੋਲ ਤੋਲ ਕੇ ਵੀ ਨਹੀਂ ਲੱਗਾ, ਅਣਗਿਣਤ ਲੱਗਾ। ਇਹ ਸਾਰਾ ਤੁਹਾਡਾ ਸਰਮਾਇਆ ਸੰਭਾਲਦਿਆਂ ਹੋਇਆਂ ਜਗ੍ਹਾ ਜਗ੍ਹਾ ਸਮਾਗਮ ਚੱਲ ਰਹੇ ਨੇ। ਹੁਣ ਇਹ ਜਿਹੜਾ ਸਾਲ ਚੱਲਦਾ ਪਿਆ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਸਾਲ ਹੈਗਾ ਹੈ, ਵਰ੍ਹਾ ਹੈਗਾ ਹੈ। ਸਾਰੇ ਦੇਸ਼ ਵਿੱਚ ਜਗ੍ਹਾ ਜਗ੍ਹਾ ਗੁਰਮਤਿ ਸਮਾਗਮ ਹੋਣੇ ਨੇ। ਤੁਹਾਨੂੰ ਵੀ ਬੇਨਤੀ ਹੈ ਬਈ ਜਿਤਨੇ ਤੁਸੀਂ ਮਹਾਰਾਜ ਗੁਰੂ ਨਾਨਕ ਨੂੰ ਮੰਨਣ ਵਾਲੇ ਹੋ, ਇਹ ਜਿਹੜਾ ਸਾਰਾ ਸਾਲ ਹੈ ਨਾ, ਹਰ ਰੋਜ਼ ਉਚੇਚੇ ਤੌਰ ਤੇ ਸਵੇਰੇ ਜਾਗਦਿਆਂ ਸਾਰ 11 ਵਾਰ ਧੰਨ ਗੁਰੂ ਨਾਨਕ ਦੇਵ ਆਖ ਲਿਆ ਕਰੋ। ਜੇ 11 ਵਾਰ ਔਖਾ ਲੱਗਦਾ 5 ਵਾਰੀ ਆਖ ਲਿਆ ਕਰੋ। ਜੇ 5 ਵਾਰੀ ਵੀ ਔਖਾ ਲੱਗੇ ਤੇ ਆਪਣੇ ਰੋਮ ਰੋਮ ਤੇ ਇੱਕ ਵਾਰੀ ਉੱਠਦਿਆਂ ਸਾਰ ਨਿਤਨੇਮ ਤੋਂ ਪਹਿਲਾਂ, ਮੰਜੇ ਤੋਂ ਪੈਰ ਥੱਲੇ ਰੱਖਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਾਰਾ ਦਿਨ ਤੁਹਾਡਾ ਬਰਕਤ ਨਾਲ ਭਰਿਆ ਰਹੇਗਾ। ਇਹ ਸਾਡਾ 550 ਸਾਲਾ ਮਹਾਰਾਜ ਜੀ ਦਾ ਸ਼ਤਾਬਦੀ ਆਗਮਨ ਦਿਹਾੜਾ ਆ ਰਿਹਾ। ਸੁਲਤਾਨਪੁਰੇ ਤੋਂ 4 ਨਵੰਬਰ ਤੋਂ ਇਹ ਸਮਾਗਮ ਪ੍ਰਾਰੰਭ ਹੋਏ ਨੇ। ਫਿਜ਼ੀਕਲੀ ਮਹਾਰਾਜ ਜੀ ਦਾ ਆਗਮਨ ਨਨਕਾਣਾ ਸਾਹਿਬ ਹੋਇਆ, ਤੇ ਮੂਲ ਮੰਤਰ ਦਾ ਆਗਮਨ ਸੁਲਤਾਨਪੁਰ ਹੋਇਆ। ਸਿੱਖੀ ਦਾ ਮੂਲ ਮੰਤਰ ਸੁਲਤਾਨਪੁਰ, ਉਸ ਦਾ ਜਨਮ ਹੋਇਆ, ਆਗਮਨ ਹੋਇਆ। ਤੇ ਭਾਰਤ ਦੀ ਸਰਜ਼ਮੀਨ ਤੇ ਸਭ ਤੋਂ ਜ਼ਿਆਦਾ ਸਮਾਂ ਕੋਈ ਪੌਣੇ 15 ਸਾਲ ਲਗਾਤਾਰ ਗੁਰੂ ਨਾਨਕ ਨੇ ਸੁਲਤਾਨਪੁਰ ਨਿਵਾਸ ਕੀਤਾ ਹੈ। ਜਦੋਂ ਦਰਬਾਰ ਸਾਹਿਬ ਨੂੰ ਜਾਓਗੇ ਨਾ, ਤੇ ਉਧਰੋਂ ਦੀ ਹੁੰਦੇ ਹੋਏ ਚਲੇ ਜਾਣਾ। ਰਸਤੇ 'ਚ ਖਡੂਰ ਸਾਹਿਬ ਵੀ ਆਉਂਦਾ, ਗੋਇੰਦਵਾਲ ਵੀ ਆਉਂਦਾ। ਮਹਾਰਾਜ ਦੇ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਜਾਣਾ। ਸਤਿਗੁਰੂ ਮਿਹਰਾਂ ਕਰਦੇ ਆਵਣ। ਸਮੇਂ ਦਾ ਤਕਾਜ਼ਾ ਹੈ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ ਸਾਰੇ ਹੀ ਪ੍ਰਬੰਧਕਾਂ ਦਾ, ਸਮੂਹ ਸੰਗਤਾਂ ਦਾ ਦਾਸ ਸ਼ੁਕਰਗੁਜ਼ਾਰ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਜਿਨ੍ਹਾਂ ਨੇ ਮਿਹਰ ਕਰਕੇ ਆਪਣੇ ਇਸ ਅੰਮ੍ਰਿਤਮਈ ਅਸਥਾਨ ਦੀਆਂ ਪਰਿਵਾਰ ਸਮੇਤ ਹਾਜ਼ਰੀਆਂ ਭਰਨ ਦਾ ਬਲ ਪ੍ਰਦਾਨ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ। ਤੇ ਜਿਤਨੇ ਬੈਠੇ ਹੋ, ਮਹਾਰਾਜ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਜ਼ਰੂਰ ਆਪਣੀ ਆਪਣੀ ਝੋਲੀ 'ਚ ਪਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ